ਪੰਜਾਬ ਦੇ ਵਿੱਚ ਅੱਜਕੱਲ੍ਹ ਅਸੀਂ ਦੇਖ ਰਹੇ ਹਾਂ ਕਿ ਹਰ ਬੱਚਾ ਆਪਣੀ 12th ਤੋਂ ਬਾਅਦ ਜਾਂ ਆਪਣੀ ਗ੍ਰੈਜੂਏਸ਼ਨ ਤੋਂ ਬਾਅਦ ਜੋ ਹੈ ਉਹ ਅਬਰੋਡ ਜਾ ਕੇ ਸਟੱਡੀ ਕਰਨਾ ਚਾਹੁੰਦਾ ਹੈ ਔਰ ਇਸੇ ਦੇ ਚੱਲਦੇ ਹੀ ਬਹੁਤ ਸਾਰੇ ਅਸੀਂ ਇੱਦਾਂ ਦੇ ਇਮੀਗ੍ਰੇਸ਼ਨ ਜਾਂ ਕੰਸਲਟੈਂਸੀ ਅਸੀਂ ਦੇਖਦੇ ਹਾਂ ਕਿ ਖੁੱਲ੍ਹੇ ਹੋਏ ਨੇ ਜਿੱਥੇ ਬੱਚਿਆਂ ਨੂੰ ਗਰੰਟੀ ਦੇ ਨਾਲ ਕਹਿੰਦੇ ਨੇ ਅਸੀਂ ਤੁਹਾਨੂੰ ਬਾਹਰ ਭੇਜਾਂਗੇ ਹੈ ਨਾ। ਪਰ ਉੱਥੇ ਹੀ ਇੱਕ ਅਜਿਹੀ ਰਾਜਪੁਰਾ ਦੇ ਵਿੱਚ ਹਾਈ ਫਲਾਈ ਜਿਹੜੀ ਹੈ ਇਮੀਗ੍ਰੇਸ਼ਨ ਕੰਸਲਟੈਂਸੀ ਹੈ ਜੋ ਕਿ ਨਾ ਸਿਰਫ ਸਟੱਡੀ ਵੀਜ਼ਾ ਵੀ ਬੱਚਿਆਂ ਦਾ ਲਗਵਾਉਂਦੀ ਹੈ ਔਰ ਉੱਥੇ ਹੀ ਉਹ ਜਿਹੜਾ ਟੂਰਿਸਟ ਵੀਜ਼ਾ ਹੈ ਜਿੱਥੇ ਅੱਜਕੱਲ੍ਹ ਲੋਕੀ ਜਿਹੜਾ ਹੈ ਉਹ ਘੱਟ ਥੋੜ੍ਹਾ ਜਿਹਾ ਫੋਕਸ ਕਰ ਰਹੇ ਹੋ। ਲੋਕਾਂ ਨੂੰ ਵੀ ਲੱਗ ਰਿਹਾ ਕਿ ਬਿਜ਼ਨਸ ਜਿਹੜਾ ਹੈ ਉਹ ਜ਼ਿਆਦਾ ਸਟੱਡੀ ਵੀਜ਼ਾ ਦੇ ਵਿੱਚ ਹੈ, ਇਮੀਗ੍ਰੇਸ਼ਨ ਦੇ ਵਿੱਚ ਵੀ ਨਹੀਂ। ਉੱਥੇ ਹਾਈ ਫਲਾਈ ਇੱਕ ਅਜਿਹੀ ਇਮੀਗ੍ਰੇਸ਼ਨ ਕੰਸਲਟੈਂਸੀ ਹੈ ਜੋ ਇਹਦੇ ਤੇ ਫੋਕਸ ਰੱਖਦੀ ਹੈ। ਔਰ ਤੁਹਾਨੂੰ ਇੱਕ ਹੋਰ ਚੀਜ਼ ਦੱਸੀਏ ਕਿ ਇਹ ਹਾਈ ਫਲਾਈ ਜੋ ਹੈ ਜਿਹਦੇ ਡਾਇਰੈਕਟਰ ਲੱਕੀ ਵਡਾਣਾ ਜੀ ਨੇ, ਉਹਨਾਂ ਨੇ ਬੱਚਿਆਂ ਨੂੰ ਜੋ ਕੋਚਿੰਗ ਦਿੰਦੇ ਆ, ਅਸੀਂ ਦੇਖਦੇ ਹਾਂ ਕਿ 1 ਮਹੀਨੇ ਦੀ ਕੋਚਿੰਗ ਹੁੰਦੀ ਹੈ, 2 ਮਹੀਨੇ ਦੀ ਕੋਚਿੰਗ ਹੁੰਦੀ ਹੈ, ਬੱਚੇ ਬਹੁਤ ਜ਼ਿਆਦਾ ਪੈਸਾ ਲਗਾਉਂਦੇ ਆ ਔਰ ਉਸ ਤੋਂ ਬਾਅਦ ਜਦੋਂ ਪੇਪਰ ਦੇਣ ਜਾਂਦੇ ਕਈ ਵਾਰ ਕਲੀਅਰ ਵੀ ਨਹੀਂ ਹੋ ਪਾਉਂਦਾ, ਉਹਨਾਂ ਨੂੰ ਦੁਬਾਰਾ ਆਪਣੀ ਕੋਚਿੰਗ 'ਤੇ ਪੈਸੇ ਲਗਾਉਣੇ ਪੈਂਦੇ ਆ। ਉੱਥੇ ਹੀ ਹਾਈ ਫਲਾਈ ਜੋ ਹੈ ਆਪਣੀ ਜੋ ਕੋਚਿੰਗ ਬੱਚਿਆਂ ਨੂੰ ਦਿੰਦੇ ਉਹ ਫ੍ਰੀ ਦਿੰਦੇ ਆ। ਵੈਲ ਇਹ ਜਾਣਨਾ ਜ਼ਰੂਰੀ ਹੈ ਕਿ ਫ੍ਰੀ ਦੇ ਵਿੱਚ ਕਿਵੇਂ ਉਹਨਾਂ ਨੇ ਡਿਸੀਜ਼ਨ ਲਿਆ ਕਿ ਅਸੀਂ ਬੱਚਿਆਂ ਨੂੰ ਜਿਹੜੀ ਹੈ ਕੋਚਿੰਗ ਦੇਣੀ ਹੈ ਕਿਉਂਕਿ ਬਹੁਤ ਪੈਸੇ ਲੱਗਦੇ ਆ, ਉਹਨਾਂ ਨੂੰ ਇਸ ਦਾ ਕੀ ਬੈਨੀਫਿਟ ਹੈ, ਕੀ ਲੋਸ ਹੈ। ਔਰ ਜਿਵੇਂ ਕਿ ਮੈਂ ਕਿਹਾ ਸੀਗਾ ਕਿ ਸਟੱਡੀ ਵੀਜ਼ਾ 'ਤੇ ਜ਼ਿਆਦਾ ਲੋਕਾਂ ਦਾ ਫੋਕਸ ਹੈ ਕਿ ਅਸੀਂ ਉਹ ਜ਼ਿਆਦਾ ਜਿਹੜਾ ਹੈ ਉਹਦੇ ਲਈ ਜ਼ਿਆਦਾ ਕੇਸਿਸ ਜਿਹੜੇ ਐਕਸੈਪਟ ਕਰੀਏ। ਉੱਥੇ ਇਹਨਾਂ ਨੇ ਟੂਰਿਸਟ ਵੀਜ਼ਾ 'ਤੇ ਪਿਛਲੇ 15 ਸਾਲਾਂ ਤੋਂ ਫੋਕਸ ਕੀਤਾ ਹੋਇਆ ਹੈ। ਸੋ ਲੱਕੀ ਵਡਾਣਾ ਜੀ ਸਾਡੇ ਨਾਲ ਮੌਜੂਦ ਨੇ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਲੱਕੀ ਜੀ। ਸਵਾਗਤ ਹੈ ਜੀ ਤੁਹਾਡਾ ਵੀ। ਜਗਬਾਣੀ ਟੀਮ ਦਾ ਤਹਿ ਦਿਲੋਂ ਧੰਨਵਾਦ ਸਾਰਿਆਂ ਦਾ ਕਿ ਬਹੁਤ ਟਾਈਮ ਬਾਅਦ ਦੁਬਾਰਾ ਬੈਠਣ ਦਾ ਅਤੇ ਇੰਟਰਵਿਊ ਦਾ ਮੌਕਾ ਮਿਲਿਆ ਜੀ। ਅਤੇ ਬਾਕੀ ਮੇਨ ਜਿਹੜੀ ਗੱਲਬਾਤ ਜਿਵੇਂ ਤੁਸੀਂ ਸਟੱਡੀ ਬਾਰੇ ਦੱਸਿਆ ਕਿ ਇੱਕ ਫ੍ਰੀ ਆਇਲਸ ਦਾ ਜਿਵੇਂ ਤੁਸੀਂ ਦੱਸ ਰਹੇ ਸੀ ਨਾ, ਅਤੇ ਫ੍ਰੀ ਆਇਲਸ ਸਿਰਫ ਅਸੀਂ ਇਸ ਕਰਕੇ ਹੀ ਕਰਵਾ ਰਹੇ ਹਾਂ ਕਿ ਇੱਕ ਤਾਂ ਕਿਸੇ ਦਾ ਵੀ ਕੋਈ ਜਿਵੇਂ ਲੋਸ ਨਾ ਹੋਵੇ, ਕਿਉਂਕਿ ਜ਼ਿਆਦਾਤਰ ਇੰਸਟੀਚਿਊਟ ਵਾਲੇ ਇੱਕ ਵਾਰੀ 'ਚ ਮੰਨ ਲਓ ਪੰਜਾਬ ਬੋਰਡ ਦੇ ਜਿਵੇਂ ਜਿਹੜੇ ਬੱਚੇ ਹੁੰਦੇ ਨੇ ਉਹਨਾਂ ਤੋਂ ਆਇਲਸ ਕਲੀਅਰ ਕਰਨਾ ਪਹਿਲੀ ਵਾਰ ਦੇ ਵਿੱਚ ਥੋੜ੍ਹਾ ਜਿਹਾ ਔਖਾ ਹੋ ਜਾਂਦਾ ਹੈ। ਬਟ ਜ਼ਿਆਦਾਤਰ ਕਈ ਵਾਰੀ ਕਰ ਵੀ ਲੈਂਦੇ ਨੇ, ਬਟ ਥੋੜ੍ਹੀ ਜਿਹੀ ਕੁਆਂਟਿਟੀ ਜਿਹੜੀ ਹੈਗੀ ਹੈ ਜਾਂ ਪਰਸੈਂਟੇਜ ਹੈ ਜਿਹੜੀ ਹੈਗੀ ਹੈ ਪੰਜਾਬ ਬੋਰਡ ਵਾਲੇ ਜਿਹੜੇ ਬੱਚੇ ਨੇ ਉਹਨਾਂ ਤੋਂ ਦੂਜੀ ਵਾਰ 'ਚ ਹੀ ਕੰਪਲੀਟ ਹੁੰਦੀ ਹੈ। ਅਤੇ ਇਸ ਕਰਕੇ ਅਸੀਂ ਇਹ ਸੋਚਿਆ ਸੀ ਕਿ ਆਇਲਸ ਦਾ ਜਿਹੜਾ ਹੈਗਾ ਉਹ ਫ੍ਰੀ ਆਪਾਂ ਰੱਖੀਏ ਜਾਂ ਫ੍ਰੀ ਕੀਤਾ ਜਾਵੇ, ਸਿਰਫ ਇਸ ਕਰਕੇ ਕਿ ਉਹਨਾਂ ਦਾ ਵਾਰ-ਵਾਰ ਖਰਚਾ ਨਾ ਹੋਵੇ। ਜਿਵੇਂ ਇੱਕ ਵਾਰ ਦੇ ਵਿੱਚ ਕੋਈ ਬੱਚਾ ਆਇਲਸ ਕਰਦਾ ਹੈ ਤਾਂ ਉਹਦਾ ਐਗਜ਼ਾਮ ਦਾ ਵੀ 15,000 ਰੁਪਈਆ ਜਿਵੇਂ ਲੱਗ ਜਾਂਦਾ। ਉਸ ਤੋਂ ਬਾਅਦ ਕਿਤੇ ਵੀ ਉਹਨਾਂ ਨੇ ਜਾ ਕੇ ਕੋਚਿੰਗ ਵਗੈਰਾ ਲੈਣੀ ਹੈ ਤਾਂ ਕੋਚਿੰਗ ਦਾ ਵੀ 10,000 ਜਾਂ 15,000 ਰੁਪਈਆ ਦਿੰਦੇ ਨੇ, ਤਾਂ 30,000 ਦੇ ਕਰੀਬ ਲੋਸ ਹੋ ਜਾਂਦਾ ਇੱਕ ਵਾਰ ਦਾ। ਹਾਂਜੀ ਹਾਂ। ਅਤੇ ਅਸੀਂ ਜਿਹੜਾ ਫ੍ਰੀ ਕਰ ਰਹੇ ਹਾਂ ਉਹ ਚਾਹੇ ਸਾਡੇ ਕੋਲ ਇੱਕ ਵਾਰ 'ਚ ਆਇਲਸ ਕਰੇ ਚਾਹੇ 2 ਵਾਰ 'ਚ ਕਰੇ, ਅਸੀਂ ਕਿਸੇ ਤਰ੍ਹਾਂ ਦਾ ਕੋਈ ਪੈਸਾ ਨਹੀਂ ਲੈਣਾ। ਅਤੇ ਸਾਡਾ ਹੁਣ ਇਹਦੇ 'ਚ ਬੈਨੀਫਿਟ ਕੀ ਹੈ ਮੈਂ ਉਹ ਵੀ ਤੁਹਾਨੂੰ ਆਪ ਹੀ ਦੱਸ ਦਿੰਦਾ ਕਿ ਸਾਡੇ ਕੋਲ ਉਹਨਾਂ ਨੇ ਵੀਜ਼ਾ ਅਪਲਾਈ ਕਰਨਾ ਹੈ ਜਿਹੜੀ ਵੀ ਕੰਟਰੀ ਦਾ ਉਹਨਾਂ ਨੇ ਕਿਤੇ ਵੀ ਸਟੱਡੀ ਕਰਨ ਜਾਣਾ ਹੈ, ਚਾਹੇ ਕੈਨੇਡਾ ਹੈ ਚਾਹੇ ਆਸਟ੍ਰੇਲੀਆ ਹੈ। ਅਤੇ ਉਹਦੇ ਵਿੱਚ ਵੀ ਇੱਕ ਪਲੱਸ ਪੁਆਇੰਟ ਹੈ ਕਿ ਅਗਰ ਸਾਡੇ ਕੋਲ ਉਹ ਫ੍ਰੀ ਆਇਲਸ ਕਰਨਗੇ ਤਾਂ ਅਸੀਂ ਉਹਨਾਂ ਦਾ ਵੀਜ਼ਾ ਕਰਵਾ ਕੇ ਦੇਵਾਂਗੇ ਸਟੱਡੀ ਦਾ, ਅਤੇ ਉਹ ਵੀਜ਼ੇ ਦੀ ਪੇਮੈਂਟ ਵੀ ਉਹਨਾਂ ਨੇ ਸਾਨੂੰ ਵੀਜ਼ੇ ਤੋਂ ਬਾਅਦ ਹੀ ਕਰਨੀ ਹੈ। ਓਕੇ, ਪਹਿਲਾਂ ਨਹੀਂ ਕਰਨਗੇ। ਡਿਪੈਂਡ ਕਰਦਾ ਹੈ, ਜਿਵੇਂ ਹੁਣ ਮਾਰਕੀਟ ਦੇ ਵਿੱਚ ਇੱਕ ਟਰੈਂਡ ਚੱਲਿਆ ਹੋਇਆ ਪੈਕੇਜ ਦਾ ਕਿ ਹਾਂਜੀ ਸਾਰੇ ਪੈਸੇ ਵੀਜ਼ੇ ਤੋਂ ਬਾਅਦ ਜੀ, ਪਹਿਲਾਂ ਪੈਸਾ ਕੋਈ ਨਹੀਂ। ਅਤੇ ਉਹਦੇ ਵਿੱਚ ਥੋੜ੍ਹਾ ਜਿਹਾ ਵੈਸੇ ਤਾਂ ਲੋਕ ਹੁਣ ਅਵੇਅਰ ਹੋ ਰਹੇ ਨੇ। ਪੈਕੇਜ ਦੇ ਵਿੱਚ ਕੀ ਹੈ ਕਿ GIC ਮੰਨ ਲਓ ਅਗਰ ਕੈਨੇਡਾ ਦਾ ਆਪਾਂ ਕਰਦੇ ਹਾਂ ਤਾਂ GIC ਬੱਚਾ ਆਪ ਪੇ ਕਰਦਾ ਹੈ, ਅੰਬੈਸੀ ਫੀਸ ਬੱਚਾ ਆਪ ਪੇ ਕਰਦਾ ਹੈ। ਰਹਿ ਕੀ ਜਾਂਦਾ ਸਿਰਫ ਕਾਲਜ ਦੀ ਫੀਸ ਦਾ ਮੈਟਰ। ਅਤੇ ਕਾਲਜ ਦੀ ਫੀਸ ਦੇ ਚੱਕਰ ਦੇ ਵਿੱਚ ਏਜੰਟ ਕੋਈ ਵੀ ਜਿਵੇਂ ਲਾ ਲਓ, ਬੇਸ਼ੱਕ ਅਸੀਂ ਵੀ ਕਹਿ ਦਿੰਦੇ ਹਾਂ ਕਿ ਹਾਂਜੀ ਪੈਕੇਜ ਹੈ, ਕਿਉਂਕਿ ਕਲਾਇੰਟ ਦੀ ਡਿਮਾਂਡ ਹੋ ਜਾਂਦੀ ਹੈ ਕਿ ਅਸੀਂ ਤਾਂ ਜੀ ਵੀਜ਼ੇ ਤੋਂ ਬਾਅਦ ਹੀ ਪੈਸੇ ਦੇਣੇ ਨੇ। ਤਾਂ ਸਿਰਫ ਇੱਕ ਕਾਲਜ ਦੀ ਫੀਸ ਦੇ ਚੱਕਰ ਦੇ ਵਿੱਚ ਉਹਨਾਂ ਨੂੰ 2-3 ਲੱਖ ਰੁਪਈਆ ਫਾਲਤੂ ਜਿਹੜਾ ਹੈਗਾ ਪੈਕੇਜ ਦੇ ਵਿੱਚ ਦੇਣਾ ਪੈ ਜਾਂਦਾ ਹੈ। ਤਾਂ ਮੈਂ ਇੱਕ ਤਾਂ ਸਾਰਿਆਂ ਨੂੰ ਇਹੀ ਬੇਨਤੀ ਕਰਾਂਗਾ ਕਿ ਜ਼ਰੂਰੀ ਨਹੀਂ ਹੈ ਕਿ ਤੁਸੀਂ ਪੈਕੇਜ ਲੈਣੇ ਨੇ। ਅਗਰ ਤੁਸੀਂ ਸਟੱਡੀ ਵੀਜ਼ਾ ਕਰਨਾ ਹੈ ਤਾਂ ਤੁਹਾਡੀ ਅਗਰ ਪਰਸੈਂਟੇਜ ਜਿਹੜੀ ਹੈਗੀ ਹੈ +2 ਦੇ ਵਿੱਚ ਅੱਛੀ ਹੈ, ਜਾਂ ਤੁਸੀਂ 20-21 ਜਾਂ 19-20-21 ਜਿਵੇਂ ਪਾਸ ਆਊਟ ਹੈਗੇ ਹੋ, ਤਾਂ ਤੁਸੀਂ ਸਾਡੇ ਕੋਲ ਫ੍ਰੀ ਆਇਲਸ ਕਰਕੇ, ਜਾਂ ਤੁਸੀਂ ਅਗਰ ਆਇਲਸ ਕੀਤੀ ਹੋਈ ਹੈ ਤਾਂ ਸਾਡੇ ਕੋਲ ਤੁਸੀਂ ਸਟੈਪ ਬਾਏ ਸਟੈਪ ਜਿਹੜਾ ਹੁੰਦਾ ਹੈ, ਜਿਵੇਂ ਕਾਲਜ ਦੀ ਫੀਸ ਤੁਸੀਂ ਭਰਨੀ ਹੈ, GIC ਤੁਸੀਂ ਪੇ ਕਰਨੀ ਹੈ, ਤਾਂ ਉਹਦੇ ਵਿੱਚ ਤੁਹਾਨੂੰ ਜ਼ਿਆਦਾ ਬੈਨੀਫਿਟ ਰਹੇਗਾ ਅਗਰ ਤੁਸੀਂ ਸਟੱਡੀ ਵੀਜ਼ਾ ਅਪਲਾਈ ਕਰਦੇ ਹੋ। ਕਿਉਂਕਿ ਇਹ ਤਾਂ ਚਲੋ ਜਿਹੜੇ ਸਾਡੇ ਰਾਜਪੁਰੇ ਨੇੜੇ ਦੇ ਜਿਹੜੇ ਸਾਡੇ ਬੱਚੇ ਹੈਗੇ ਨੇ ਉਹ ਤਾਂ ਚਲੋ ਮੇਰੇ ਕੋਲ ਫ੍ਰੀ ਆਇਲਸ ਕਰ ਲੈਣਗੇ, ਬਾਕੀ ਜਿਹੜਾ ਪੂਰਾ ਪੰਜਾਬ ਜਿਵੇਂ ਜਿਨ੍ਹਾਂ ਨੂੰ ਦੂਰ ਪੈਂਦਾ ਹੈ ਉਹ ਨਹੀਂ ਆ ਪਾਉਣਗੇ। ਤਾਂ ਉਹਨਾਂ ਨੂੰ ਵੀ ਇਹੀ ਬੇਨਤੀ ਹੈ ਕਿ ਕਿਸੇ ਨੇ ਵੀ ਮੰਨ ਲਓ ਅਗਰ
ਆਇਲਸ ਕੀਤੀ ਹੋਈ ਹੈ, ਤੁਹਾਡੇ ਓਵਰਆਲ 6 ਬੈਂਡ ਹੈਗੇ ਨੇ, ਤਾਂ ਤੁਸੀਂ ਆਸਟ੍ਰੇਲੀਆ ਵਾਸਤੇ, ਕੈਨੇਡਾ ਵਾਸਤੇ ਤੁਸੀਂ ਮੇਰੇ ਕੋਲ ਅਪਲਾਈ ਕਰ ਸਕਦੇ ਹੋ ਔਰ ਪੇਮੈਂਟ ਸਾਰੀ ਵੀਜ਼ੇ ਤੋਂ ਬਾਅਦ ਹੈ। ਤੁਹਾਡੀ ਜਲੰਧਰ ਦੇ ਵਿੱਚ ਵੀ ਇੱਕ ਜਿਹੜੀ ਬ੍ਰਾਂਚ ਹੈ, ਉੱਥੇ ਵੀ ਫ੍ਰੀ ਬੱਚਿਆਂ ਨੂੰ ਕੋਚਿੰਗ ਦਿੱਤੀ ਜਾਂਦੀ ਹੈ? ਨਹੀਂ ਜੀ, ਆਇਲਸ ਦਾ ਜਿਹੜਾ ਹੈਗਾ ਉਹ ਸਿਰਫ ਅਸੀਂ ਰਾਜਪੁਰੇ ਹੀ ਕਰਿਆ ਹੋਇਆ, ਤੇ ਜਲੰਧਰ ਹਾਲੇ ਸਾਡੀ ਤਿਆਰੀ ਚੱਲ ਰਹੀ ਹੈ। ਉੱਥੇ ਹੋ ਸਕਦਾ 2-3 ਮਹੀਨੇ ਹਾਲੇ ਹੋਰ ਲੱਗ ਜਾਣ, ਉੱਥੇ ਕਰਾਂਗੇ ਜ਼ਰੂਰ ਅਸੀਂ, ਤੇ ਹਾਲੇ ਉੱਥੇ ਟਾਈਮ ਲੱਗੇਗਾ। ਉੱਥੇ ਵੀ ਸੇਮ ਪ੍ਰੋਸੈਸ ਦੇ ਵਿੱਚ ਹੀ ਤੁਸੀਂ ਸੇਮ, ਹਾਂਜੀ ਹਾਂ, ਉੱਥੇ ਵੀ ਸੇਮ ਹੀ ਪ੍ਰੋਸੈਸ ਹੈ। ਆਇਲਸ ਦਾ ਜਿਵੇਂ ਫ੍ਰੀ ਹੈਗਾ, ਤੇ ਸਟੱਡੀ ਵੀਜ਼ਾ ਜਿਹੜਾ ਹੈਗਾ ਉਹ ਸਾਰੀ ਪੇਮੈਂਟ ਵੀਜ਼ੇ ਤੋਂ ਬਾਅਦ ਹੈ। ਅਸੀਂ ਜਿੱਦਾਂ ਤੁਸੀਂ ਆਪ ਹੀ ਬੈਨੀਫਿਟ ਦੱਸਿਆ ਨਾ, ਕਿਉਂਕਿ ਅੱਜ ਦੇ ਜ਼ਮਾਨੇ ਵਿੱਚ ਤਾਂ ਕੋਈ 1 ਰੁਪਿਆ ਵੀ ਨਹੀਂ ਛੱਡਦਾ ਹੈ ਨਾ, ਕਿ ਸਾਡਾ 1 ਰੁਪਿਆ ਵੀ ਨਹੀਂ ਛੱਡਦਾ ਕੋਈ, ਕਿ ਅਸੀਂ ਕਿਉਂ ਛੱਡੀਏ, ਕਿ ਸਾਡੇ ਪੈਸੇ ਜਿਹੜੇ ਆ, ਅਸੀਂ ਆਪਣੀ ਇਲੈਕਟ੍ਰਿਸਿਟੀ ਲੱਗ ਰਹੀ ਹੈ, ਤੁਸੀਂ ਜੇ ਕੋਚਿੰਗ ਦੇ ਰਹੇ ਹੋ ਹੈ ਨਾ, ਟੀਚਰਸ ਤੁਸੀਂ ਆਪ ਜਿਹੜੇ ਇੱਥੇ ਅਪਾਇੰਟ ਕਰਨੇ ਆ, ਮੋਡਿਊਲਸ ਜਿਹੜੇ ਆ ਹੈ ਨਾ। ਹਾਂਜੀ, ਐਕਚੁਅਲੀ ਦੇਖੋ ਖਰਚਾ ਤਾਂ ਹੁੰਦਾ ਹੀ ਹੈ, ਬਟ ਇੱਕ ਛੋਟਾ ਜਿਹਾ ਇੱਕ ਇਹ ਵੀ ਹੋ ਜਾਂਦਾ ਹੈ ਨਾ, ਕਿ ਭਾਵਨਾ ਵੀ ਹੋਣੀ ਚਾਹੀਦੀ ਹੈ, ਇੱਕ ਸੋਚ ਹੋਣੀ ਚਾਹੀਦੀ ਹੈ ਕਿ ਇਹ ਨਹੀਂ ਕਿ ਪੈਸੇ ਹੀ ਕਮਾਉਣੇ ਨੇ। ਠੀਕ ਹੈ, ਅਸੀਂ ਆਪਣਾ ਬਿਜ਼ਨਸ ਕਰ ਰਹੇ ਹਾਂ, ਤੇ ਮੈਂ ਥੋੜ੍ਹਾ ਜਿਹਾ ਇਸ ਸੋਚ ਨਾਲ ਚੱਲਦਾ ਕਿ ਮੰਨ ਲਓ ਹੁਣ ਮੈਂ ਆਪਣੇ ਬਿਜ਼ਨਸ ਨੂੰ ਕਿਸੇ ਤਰੀਕੇ ਨਾਲ ਪ੍ਰਮੋਟ ਅਗਰ ਕਰਨਾ ਹੈ, ਤਾਂ ਮੈਂ ਐਵੇਂ ਖਰਚੇ ਕਰਦਾ ਰਵਾਂ, ਕੋਈ ਇੱਧਰ ਐਡ ਦੇ ਰਿਹਾ ਜਾਂ ਫਲੈਕਸਾਂ ਲਵਾ ਰਿਹਾ, ਜਾਂ ਮੰਨ ਲਓ ਬਹੁਤ ਜ਼ਿਆਦਾ ਵੱਡੇ ਚੈਨਲਾਂ 'ਤੇ ਮੈਂ ਐਡ ਦੇ ਰਿਹਾ ਹੈ ਨਾ, ਤਾਂ ਮੈਨੂੰ ਇਹ ਹੁੰਦਾ ਵੀ ਜੇ ਮੰਨ ਲਓ ਆਪਾਂ ਇੰਨਾ ਖਰਚਾ ਕਰਨ ਦੇ ਨਾਲੋਂ ਜੇ ਅਸੀਂ ਕੋਈ ਇੱਦਾਂ ਦਾ ਕੰਮ ਕਰੀਏ ਕਿ ਜਿਹਦੇ ਵਿੱਚ ਸਾਡੇ ਨਾਲ ਕਲਾਇੰਟ ਜ਼ਿਆਦਾ ਜੁੜਨ ਔਰ ਉਹਨਾਂ ਨੂੰ ਬੈਨੀਫਿਟ ਵੀ ਹੋਵੇ, ਉਹਨਾਂ ਨੂੰ ਫਾਇਦਾ ਵੀ ਹੋਵੇ ਇਸ ਗੱਲ ਦਾ, ਕਿ ਇਹ ਨਹੀਂ ਕਿ ਬਸ ਆਪਾਂ ਕੋਈ ਛੋਟਾ ਜਿਹਾ ਉਹਨਾਂ ਨੂੰ ਕੋਈ ਆਫਰ ਦੇ ਦਿੱਤੀ ਤੇ ਬਸ ਕਿ ਉਹਨਾਂ ਨੂੰ ਮੰਨ ਲਓ ਕੋਈ 10,000 ਦਾ ਜਾਂ 15,000 ਦਾ ਕੋਈ ਫਾਇਦਾ ਕਰਤਾ, ਤੇ ਆਪਾਂ ਉਸ ਤੋਂ ਬਾਅਦ ਉਸ ਤੋਂ ਡਬਲ ਪੈਸੇ ਉਹਨਾਂ ਤੋਂ ਕਢਵਾ ਲਏ, ਤਾਂ ਉਹ ਫਿਰ ਕੋਈ ਫਾਇਦਾ ਨਹੀਂ ਹੈਗਾ ਉਸ ਚੀਜ਼ ਦਾ, ਹੈ ਨਾ, ਵੀ ਆਪਾਂ ਸੇਵਾ ਕਰਤੀ ਜਾਂ ਕੁਝ ਵੀ ਲਾ ਲਓ, ਉਹ ਕਿਸੇ ਲੇਖੇ ਦੇ ਵਿੱਚ ਨਹੀਂ ਆਉਂਦਾ। ਮੇਨ ਅਸੀਂ ਕੀ ਹੈ ਕਿ ਆਇਲਸ ਦਾ ਜਿਹੜਾ ਹੈਗਾ ਫ੍ਰੀ ਦਾ, ਇੱਕ ਸਾਡੀ ਥੋੜ੍ਹੀ ਜਿਹੀ ਭਾਵਨਾ ਇਹ ਹੋ ਜਾਂਦੀ ਹੈ ਵੀ ਚਲੋ ਕੁਝ ਜਿਹੜੇ ਗਰੀਬ ਬੱਚੇ ਨੇ, ਜਿਹੜੇ ਪਰਿਵਾਰ ਐਸੇ ਨੇ ਜਿਹੜੇ ਆਇਲਸ ਦਾ ਖਰਚਾ ਨਹੀਂ ਚੱਕ ਸਕਦੇ, ਹੈ ਨਾ, ਕਿਉਂਕਿ ਕਈ ਬੱਚੇ ਤਾਂ ਪੇਰੈਂਟਸ ਨੂੰ ਧੱਕੇ ਨਾਲ ਮਨਾਉਂਦੇ ਨੇ, ਇੱਕ ਵਾਰੀ ਮੈਂ ਆਇਲਸ ਕਰ ਲਵਾਂ ਫਿਰ ਤੁਸੀਂ ਮੇਰਾ ਕੈਨੇਡਾ ਦਾ ਵੀਜ਼ਾ ਲਵਾ ਦਿਓ, ਤੇ ਜਦੋਂ ਇੱਕ ਵਾਰੀ ਦੇ ਵਿੱਚ ਆਇਲਸ ਨਹੀਂ ਕਰ ਪਾਉਂਦਾ, ਉਹਨੂੰ ਦੂਸਰੀ ਵਾਰੀ ਆਇਲਸ ਕਰਨੀ ਪੈਂਦੀ ਹੈ, ਤਾਂ ਫਿਰ ਪੇਰੈਂਟਸ ਅਲਾਓ ਨਹੀਂ ਕਰਦੇ ਵੀ ਇੰਨਾ ਖਰਚਾ ਨਹੀਂ ਕਰ ਸਕਦੇ, ਹਾਲੇ ਹੁਣ ਤੁਸੀਂ ਵੀ ਇੰਨਾ ਖਰਚਾ ਕਰਵਾਇਆ ਹੈ ਤੇ ਤੁਸੀਂ ਬੈਂਡ ਪ੍ਰੋਪਰ ਨਹੀਂ ਲੈ ਸਕੇ, ਹੈ ਨਾ, ਜੋ ਐਲੀਜੀਬਿਲਟੀ ਇੱਕ ਜਿਵੇਂ ਕੈਨੇਡਾ ਵਾਸਤੇ ਬਣਦੀ ਹੈ ਵੀ ਉਹ ਚੀਜ਼ ਪ੍ਰੋਪਰ ਨਹੀਂ ਹੋ ਸਕੀ, ਤਾਂ ਦੁਬਾਰਾ ਖਰਚਾ ਕਰਨਾ ਕਿ ਕੁਝ ਪੇਰੈਂਟਸ ਵਾਸਤੇ ਔਖਾ ਹੋ ਜਾਂਦਾ ਹੈ। ਸੋ ਇਹਦੇ ਵਿੱਚ ਮੁੱਕਦੀ ਗੱਲ ਇਹੀ ਹੈ ਕਿ ਆਇਲਸ ਜਿਹੜੀ ਅਸੀਂ ਫ੍ਰੀ ਕਰ ਰਹੇ ਹਾਂ ਉਹਦੇ ਵਿੱਚ ਬੈਨੀਫਿਟ ਤਾਂ ਹੈ ਹੀ ਹੈ ਬੱਚੇ ਦਾ। ਕੀ ਬੈਨੀਫਿਟ ਹੈ ਕਿ ਚਾਹੇ ਇੱਕ ਵਾਰੀ 'ਚ ਆਇਲਸ ਕਰੇ, ਚਾਹੇ 2 ਵਾਰੀ 'ਚ ਕਰੇ, ਅਸੀਂ ਕੋਈ ਪੈਸਾ ਨਹੀਂ ਲੈਣਾ, ਅਸੀਂ ਉਹਨਾਂ ਦਾ ਵੀਜ਼ਾ ਕਰਵਾਵਾਂਗੇ ਔਰ ਵੀਜ਼ੇ ਤੋਂ ਬਾਅਦ ਹੀ ਪੇਮੈਂਟ ਲਵਾਂਗੇ। ਜੋ ਵੀ ਸਟੱਡੀ ਵਾਲਾ, ਚਾਹੇ ਆਸਟ੍ਰੇਲੀਆ ਦਾ ਮੈਟਰ ਹੈ, ਚਾਹੇ ਕੋਈ ਕੈਨੇਡਾ ਦਾ ਮੈਟਰ ਹੈ, ਚਾਹੇ UK ਹੈ, ਅਸੀਂ ਪੈਸੇ ਸਾਰੇ ਬਾਅਦ ਚੋਂ ਲਵਾਂਗੇ ਜੀ। ਲੱਕੀ ਜੀ, ਇਹ ਤੁਸੀਂ ਮਾਰਕੀਟ ਦੀ ਗੱਲ ਕੀਤੀ ਕਿ ਮਾਰਕੀਟ ਦੇ ਵਿੱਚ ਇੱਦਾਂ ਹੈ ਕਿ ਦੱਸਿਆ ਜਾ ਰਿਹਾ ਹੈ ਕਿ ਇੰਨੇ ਪੈਸਿਆਂ ਦੇ ਵਿੱਚ ਅਸੀਂ ਤੁਹਾਡਾ ਇੰਨਾ ਕਰਵਾ ਦਾਂਗੇ। ਅੱਜ ਕੱਲ੍ਹ ਬੜੇ ਨਾਮੀ ਜਿਹੜੇ ਕੰਸਲਟੈਂਟਸ ਹੈਗੇ ਆ, ਜਾਂ ਅਸੀਂ ਕੁਛ ਏਜੰਟਸ ਦੇ ਨਾਮ ਲਈ ਜੇ ਕਹੀਏ, ਬਹੁਤ ਨਾਮੀ ਏਜੰਟਸ ਹੈ, ਉਹ ਕਹਿੰਦੇ ਕਿ ਅਸੀਂ 2.5 ਲੱਖ 'ਚ ਜਾਂ 5 ਲੱਖ 'ਚ ਤੁਹਾਨੂੰ ਜਿਹੜਾ ਵੀਜ਼ਾ ਲਗਵਾ ਦਾਂਗੇ, ਜਿੱਥੇ ਕਈ ਇਹ ਕਹਿੰਦੇ ਕਿ 20 ਲੱਖ ਲੱਗੂਗਾ ਜਾਂ 25 ਲੱਖ ਲੱਗੂਗਾ ਜਾਂ 17 ਲੱਖ ਲੱਗੂਗਾ। ਸੋ ਇਹ ਚੀਜ਼ ਕੀ ਥੋੜਾ ਜਿਹਾ ਕਲੀਅਰੈਂਸ ਚਾਹੀਦੀ ਹੈ। ਹਾਂਜੀ, ਇਹ ਵੀ ਇੱਕ ਧਿਆਨ ਨਾਲ ਸੁਣਿਓ ਇਸ ਗੱਲ ਨੂੰ ਵੀ, ਕਿਉਂਕਿ ਇਹ ਵੀ ਇੱਕ ਬੜਾ ਵੱਡਾ ਮੈਟਰ ਹੈ। ਇਹ ਸਾਰਾ ਕਾਰਨ ਕੀ ਹੈ? ਲੋਕਾਂ ਦੀ ਅਵੇਅਰਨੈਸ। ਲੋਕ ਜਿਵੇਂ ਸਿਆਣੇ ਹੋ ਰਹੇ ਨੇ। ਜਦੋਂ ਸ਼ੁਰੂ ਦੇ ਵਿੱਚ ਸਟੱਡੀ ਵੀਜ਼ੇ ਵਾਲਾ ਦੌਰ ਚੱਲਿਆ ਸੀ ਨਾ, ਉਦੋਂ ਲੋਕਾਂ ਨੂੰ ਨੌਲੇਜ ਹੁੰਦੀ ਨਹੀਂ ਸੀ, ਤੇ ਜਿਵੇਂ ਏਜੰਟ ਨੇ ਕਹਿਣਾ ਕਲਾਇੰਟਸ ਨੇ ਉਵੇਂ ਹੀ ਕਰ ਲੈਣਾ। 20-20 ਲੱਖ ਰੁਪਏ ਦੇ ਵਿੱਚ ਵੀ ਲੋਕ ਬਾਹਰ ਗਏ ਨੇ ਸਟੱਡੀ ਵੀਜ਼ੇ ਦੇ ਵਿੱਚ। ਅੱਜ ਤੋਂ 5 ਸਾਲ ਪਹਿਲਾਂ ਲਾਈਏ, 7 ਸਾਲ ਪਹਿਲਾਂ ਲਾਈਏ, ਉਹਨਾਂ ਨੂੰ ਪਤਾ ਹੀ ਨਹੀਂ ਸੀ ਹੁੰਦਾ ਸੀ ਕਿ ਕਾਲਜ ਦੀ ਫੀਸ ਕੀ ਹੁੰਦੀ ਹੈ ਜਾਂ GIC ਕੀ ਹੁੰਦੀ ਹੈ। ਤਾਂ ਏਜੰਟ ਤੇ ਇੱਕ ਭਰੋਸਾ ਕਰਕੇ ਉਹ ਜਿੰਨੇ ਪੈਸੇ ਏਜੰਟ ਮੰਗਦਾ ਸੀ ਉਹ ਏਜੰਟ ਨੂੰ ਦੇ ਦਿੰਦੇ ਸੀ, ਤੇ ਏਜੰਟ ਨੂੰ ਵੀ ਉਹਦੇ ਵਿੱਚੋਂ ਕਾਫੀ ਬੈਨੀਫਿਟ ਹੁੰਦਾ ਸੀ। ਤੇ ਹੁਣ ਜਿਵੇਂ ਲੋਕਾਂ ਨੇ ਸਵਾਲ ਕਰਨੇ ਸ਼ੁਰੂ ਕਰਤੇ ਨੇ, ਲੋਕਾਂ ਨੂੰ ਅਵੇਅਰਨੈਸ ਜਿਵੇਂ ਹੋ ਰਹੀ ਹੈ, ਤਾਂ ਬੱਚਿਆਂ ਨੂੰ ਪਤਾ ਹੈ ਕਿ ਅੱਜ ਕੱਲ੍ਹ ਬੱਚਿਆਂ ਨੂੰ ਇਹ ਵੀ ਪਤਾ ਹੈ ਕਿ ਕਾਲਜ ਦੀ ਫੀਸ ਅਗਰ ਬੱਚਾ ਭਰਦਾ ਹੈ ਤਾਂ ਉਹਦੀ ਕਮਿਸ਼ਨ ਏਜੰਟ ਨੂੰ ਆਉਂਦੀ ਹੈ। ਹੁਣ ਇਹ ਗੱਲਾਂ ਕਿਉਂ ਐਵੇਂ ਦੀਆਂ ਮਾਰਕੀਟ 'ਚ ਹੁੰਦੀਆਂ ਨੇ ਕਿ ਤੁਹਾਡਾ ਅਸੀਂ ਸਿਰਫ 2.5 ਲੱਖ ਦੇ ਵਿੱਚ ਜਾਂ 5 ਲੱਖ ਦੇ ਵਿੱਚ ਆਸਟ੍ਰੇਲੀਆ ਦਾ ਵੀਜ਼ਾ ਕਰ ਦਾਂਗੇ ਜਾਂ 7 ਲੱਖ ਦੇ ਵਿੱਚ ਕੈਨੇਡਾ ਦਾ ਵੀਜ਼ਾ ਕਰ ਦਾਂਗੇ। ਫੀਸ ਜਿਹੜੀ ਹੈਗੀ ਹੈ ਕਾਲਜ ਦੀ, ਹਰ ਕਾਲਜ ਦੀ ਅਲੱਗ-ਅਲੱਗ ਫੀਸ ਹੈ। ਹੁਣ ਜਿਵੇਂ 2.5 ਲੱਖ ਦੇ ਵਿੱਚ ਮੰਨ ਲਓ ਜਾਂ 5 ਲੱਖ ਦੇ ਵਿੱਚ ਜਿਵੇਂ ਆਸਟ੍ਰੇਲੀਆ ਵੀਜ਼ੇ ਦੀ ਅਗਰ ਗੱਲ ਕਰ ਰਹੇ ਨੇ, ਤਾਂ ਉਹਦੇ ਵਿੱਚ ਮੰਨ ਲਓ ਜੋ ਉਹਨਾਂ ਨੇ ਏਜੰਟ ਨੇ ਆਪਦੀ ਥੋੜ੍ਹੀ ਬਹੁਤੀ ਫੀਸ ਲੈਣੀ ਹੈ, ਉਹ ਤਾਂ ਲੈਣੀ ਹੈ। ਅੰਬੈਸੀ ਫੀਸ ਬੱਚੇ ਦੀ ਲੱਗਣੀ ਹੈ, ਤੇ ਖਰਚਾ ਹੁੰਦਾ ਕੀ ਹੈ? ਕਾਲਜ ਦੀ ਫੀਸ ਹੀ ਹੈ ਉਹਦੇ ਵਿੱਚ। ਤਾਂ ਆਸਟ੍ਰੇਲੀਆ ਵਿੱਚ ਆਉਣ ਲਈ ਕਾਲਜ ਦੀ ਫੀਸ ਜਾਣੀ ਹੈ, ਤੇ ਕਾਲਜ ਦੀ ਫੀਸ ਜਦੋਂ ਬੱਚਾ ਭਰ ਰਿਹਾ ਹੈ
ਤਾਂ ਏਜੰਟ ਕਿਵੇਂ ਕਹਿ ਸਕਦਾ ਹੈ ਕਿ ਮੈਂ ਤੈਨੂੰ 5 ਲੱਖ 'ਚ ਭੇਜ ਰਿਹਾ? ਪੈਸੇ ਤਾਂ ਜਿਵੇਂ ਕਲਾਇੰਟ ਲਾ ਰਿਹਾ ਨਾ, ਖਰਚਾ ਤਾਂ ਫੀਸ ਤਾਂ ਬੱਚਾ ਭਰ ਰਿਹਾ ਨਾ, ਉਹਨੇ ਉੱਥੇ ਸਟੱਡੀ ਕਰਨੀ ਹੈ ਤਾਂ ਬੱਚੇ ਨੇ ਆਪਣੀ ਫੀਸ ਆਪ ਭਰਨੀ ਹੈ। ਤਾਂ ਉਹਦੇ ਵਿੱਚ ਆਪਣਾ ਕੋਈ ਮਤਲਬ ਨਹੀਂ ਬਣਦਾ ਕਿ ਅਸੀਂ ਮੰਨ ਲਓ ਹੁਣ ਮੈਂ ਕਿਸੇ ਨੂੰ ਕਹਾਂ ਕਿ ਆਸਟ੍ਰੇਲੀਆ ਦੇ ਵਿੱਚ ਮੈਂ ਤੁਹਾਡਾ ਸਿਰਫ 5 ਲੱਖ 'ਚ ਵੀਜ਼ਾ ਕਰਵਾ ਦਾਂਗਾ। 5 ਲੱਖ ਛੱਡੋ, ਮੈਂ ਤਾਂ 4 ਲੱਖ 'ਚ ਵੀ ਕਰਾ ਦਾਂਗਾ, ਮੈਂ 3 ਲੱਖ 'ਚ ਵੀ ਕਰਵਾ ਦਾਂਗਾ। ਜਾਂ ਗੱਲ ਇਹ ਕਰੀਏ ਕਿ ਜੋ ਕਾਲਜ ਦੀ ਫੀਸ ਹੋਏਗੀ ਜਾਂ ਜੇ ਬੱਚਾ ਜੋ ਕਾਲਜ ਨੂੰ ਚੂਜ਼ ਕਰੇਗਾ ਉਹਦੀ ਜੇ 10 ਲੱਖ ਫੀਸ ਹੈ ਤਾਂ ਮੈਂ 10 ਲੱਖ 'ਚ ਕੰਮ ਕਰਵਾ ਦਾਂਗਾ। ਜੇ 2 ਲੱਖ ਰੁਪਈਆ ਫੀਸ ਹੈ ਆਸਟ੍ਰੇਲੀਆ ਦੀ ਤਾਂ ਮੈਂ 2 ਲੱਖ 'ਚ ਕਰਵਾ ਦਾਂਗਾ। ਤਾਂ ਡਿਪੈਂਡ ਇਹ ਕਰਦਾ ਕਿ ਉਹ ਕੰਮ ਕਰਵਾਉਣ ਦਾ ਜਾਂ ਉਹ ਪ੍ਰੋਫਾਈਲਿੰਗ ਕਰਨ ਦਾ ਜਾਂ ਉਹਨੂੰ ਗਾਈਡ ਕਰਨ ਦਾ ਮੈਂ ਕੀ ਲੈ ਰਿਹਾ। ਹੁਣ ਮੰਨ ਲਓ ਮੈਨੂੰ ਅਗਰ ਕਾਲਜ ਵੱਲੋਂ ਕਮਿਸ਼ਨ ਹੀ ਆ ਗਈ 20,000 ਆ ਗਈ ਜਾਂ ਲੱਖ ਰੁਪਈਆ ਆ ਗਈ, ਤਾਂ ਪਹਿਲਾਂ ਤਾਂ ਮੇਰਾ ਫਰਜ਼ ਹੀ ਨਹੀਂ ਬਣਦਾ ਕਿ ਮੈਂ ਕਲਾਇੰਟ ਤੋਂ ਵੀ ਪੈਸੇ ਲਵਾਂ। ਕਿਉਂਕਿ ਜੇ ਮੇਰੇ ਪੱਲੇ ਇੱਕ ਕਲਾਇੰਟ ਪਿੱਛੇ ਕੁਝ ਬਣ ਰਿਹਾ ਹੈ ਜਾਂ 40-50 ਹਜ਼ਾਰ ਰੁਪਏ ਮੈਨੂੰ ਬਣ ਰਿਹਾ ਹੈ, ਤਾਂ ਸਾਨੂੰ ਇੱਕ ਏਜੰਟਸ ਨੂੰ ਵੀ ਥੋੜ੍ਹਾ ਜਿਹਾ ਸਬਰ ਕਰਕੇ ਚੱਲਣਾ ਚਾਹੀਦਾ ਹੈ। ਕਿਉਂਕਿ ਅੱਜ ਕੱਲ੍ਹ ਬੱਚੇ ਜਾਂ ਪੇਰੈਂਟਸ ਇੰਨੇ ਔਖੇ ਪੈਸੇ ਇਕੱਠੇ ਕਰਦੇ ਨੇ, ਕੋਈ ਗਹਿਣੇ ਵੇਚ ਰਿਹਾ ਹੈ, ਕੋਈ ਜ਼ਮੀਨ ਰੱਖ ਰਿਹਾ ਹੈ, ਕੋਈ ਕਿਤੋਂ ਫੜ ਰਿਹਾ ਹੈ, ਕੋਈ ਕਿਤੋਂ ਫੜ ਰਿਹਾ ਹੈ, ਕੋਈ ਸਟੱਡੀ ਲੋਨ ਕਰਵਾ ਰਿਹਾ ਹੈ, ਤੇ ਏਜੰਟ ਨੂੰ 2-2.5 ਲੱਖ ਰੁਪਈਆ 10 ਲੱਖ ਰੁਪਈਆ ਰਕਮ ਹੀ ਛੋਟੀ ਜਿਹੀ ਲੱਗਦੀ ਹੈ ਕਿਉਂਕਿ ਬਥੇਰੇ ਪੈਸੇ ਬਣਦੇ ਨੇ, ਉਹਨਾਂ ਵਾਸਤੇ ਕੋਈ ਵੱਡੀ ਗੱਲ ਲੱਗਦੀ ਨਹੀਂ। ਪਰ ਜਿਹਨੇ ਪੈਸੇ ਲਾਣੇ ਹੁੰਦੇ ਨੇ ਉਹਨਾਂ ਵਾਸਤੇ ਤਾਂ 10,000 ਰੁਪਈਆ ਵੀ 5,000 ਰੁਪਈਆ ਵੀ ਬਹੁਤ ਵੱਡਾ ਹੈ। ਅੰਬੈਸੀ ਦੀ ਫੀਸ ਬੱਚਾ ਭਰੇ, GIC ਬੱਚਾ ਭਰੇ, ਤੇ ਉਸ ਤੋਂ ਬਾਅਦ ਵੀ ਮੰਨ ਲਓ ਮੈਂ ਹੀ ਕਹਿ ਦੇਵਾਂ ਕਿ ਹਾਂਜੀ ਮੈਨੂੰ ਪੈਸੇ ਤਾਂ ਤੁਸੀਂ ਵੀਜ਼ੇ ਤੋਂ ਬਾਅਦ ਹੀ ਦੇਣੇ ਨੇ, ਤੇ ਉਹਦਾ ਮੈਂ ਭਰਿਆ ਕੀ? ਹੁਣ ਕਈ ਕੀ ਕਰਦੇ ਨੇ ਵੀ GIC ਬੱਚੇ ਨੇ ਭਰਨੀ ਹੈ ਜੀ, ਅੰਬੈਸੀ ਫੀਸ ਬੱਚੇ ਨੇ ਭਰਨੀ ਹੈ, ਵੀ ਪੈਕੇਜ ਹੈ ਜੀ, ਸਾਰੇ ਪੈਸੇ ਵੀਜ਼ੇ ਤੋਂ ਬਾਅਦ। ਤੇ ਉਹਦੇ 'ਚ ਹੁੰਦਾ ਕੀ ਹੈ, ਕਈ ਏਜੰਟ ਕੀ ਕਰਦੇ ਨੇ, ਕਹਿ ਦਿੰਦੇ ਨੇ ਕਿ ਸਾਲ ਦੀ ਫੀਸ ਨਾਲ ਦੇਵਾਂਗੇ, ਸਾਨੂੰ ਤੁਸੀਂ 10 ਲੱਖ ਰੁਪਈਆ ਦੇ ਦਿਓ। ਉਹ ਸਾਲ ਦੀ ਫੀਸ ਹੀ ਉਹਨਾਂ ਨੇ ਪੂਰੀ ਨਹੀਂ ਭਰੀ ਹੁੰਦੀ। 5-5 ਲੱਖ ਰੁਪਈਆ ਵੀ ਕਈ ਵਾਰੀ ਬਚਾ ਲੈਂਦੇ ਨੇ, ਤੇ ਜਦੋਂ ਬੱਚਾ ਉੱਥੇ ਪਹੁੰਚਦਾ ਹੈ ਉਦੋਂ ਪਤਾ ਲੱਗਦਾ ਹੈ ਕਿ ਹਾਂ ਇਹ ਕਾਂਡ ਐਵੇਂ ਹੋ ਗਿਆ ਮੇਰੇ ਨਾਲ ਜਾਂ ਮੇਰੇ ਨਾਲ ਠੱਗੀ ਹੋ ਗਈ। ਉਹ ਵਿਚਾਰਾ ਕੁਝ ਕਰ ਨਹੀਂ ਪਾਉਂਦਾ ਉੱਥੇ ਜਾ ਕੇ। ਸਾਡੇ ਕੋਲ ਜਿਹੜਾ ਵੀ ਬੱਚਾ ਸਟੱਡੀ ਵੀਜ਼ਾ ਵਾਸਤੇ ਆਏਗਾ, ਅਸੀਂ ਹਰ ਇੱਕ ਪੁਆਇੰਟ ਉਹਦੇ ਨਾਲ ਕਲੀਅਰ ਕਰਾਂਗੇ। ਇਸ ਅਫਵਾਹ ਦੇ ਵਿੱਚ ਨਾ ਕਦੀ ਵੀ ਆਓ ਕਿ ਕੋਈ ਕਹਿ ਰਿਹਾ ਜੀ ਮੈਂ 2 ਲੱਖ 'ਚ ਵੀਜ਼ਾ ਕਰਾ ਦਿੰਦਾ, ਕੋਈ ਕਹਿ ਰਿਹਾ ਮੈਂ 10 ਲੱਖ 'ਚ ਕਰਾ ਦਿੰਦਾ। ਸਟੱਡੀ ਵੀਜ਼ਾ ਤਾਂ ਆਪਣੇ ਹੱਥ ਦੇ ਵਿੱਚ ਹੈ ਕਿ ਅਸੀਂ ਕਿੰਨਾ ਖਰਚਾ ਕਰਨਾ ਹੈ, ਅਸੀਂ ਕਿਹੜਾ ਕਾਲਜ ਜਿਹੜਾ ਚੂਜ਼ ਕਰ ਰਹੇ ਹਾਂ, ਅਸੀਂ ਕਿਹੜਾ ਕੋਰਸ ਚੂਜ਼ ਕਰ ਰਹੇ ਹਾਂ, ਕਿੰਨੀ ਉਹਦੀ ਫੀਸ ਹੈ ਸਮੈਸਟਰ ਦੀ, ਉਸ ਤੇ ਡਿਪੈਂਡ ਕਰਦਾ ਹੈ। ਹੁਣ ਜੇ ਆਪਾਂ ਕੈਨੇਡਾ ਦੀ ਗੱਲ ਕਰੀਏ, 6.5 ਲੱਖ ਰੁਪਏ 6 ਲੱਖ 10-15 ਹਜ਼ਾਰ ਰੁਪਈਆ GIC ਅੱਜ ਦੇ ਟਾਈਮ ਦੇ ਵਿੱਚ ਅਕੋਰਡਿੰਗ ਟੂ ਜੋ ਕੈਨੇਡੀਅਨ ਡਾਲਰ ਦਾ ਰੇਟ ਹੈ 6 ਲੱਖ 15 ਹਜ਼ਾਰ ਰੁਪਈਆ GIC ਬਣਦੀ ਹੈ। ਉਸ ਤੋਂ ਬਾਅਦ ਜੇ ਕਿਸੇ ਕਾਲਜ ਦੀ ਫੀਸ 8 ਲੱਖ ਜਾਂ 7 ਲੱਖ ਰੁਪਈਆ ਕੋਰਸ ਦੀ ਫੀਸ ਹੈ ਜਾਂ ਸਮੈਸਟਰ ਦੀ ਫੀਸ ਹੈ, ਉਹ ਫੀਸ ਜਾਣੀ ਹੈ 14-15 ਲੱਖ ਰੁਪਈਆ ਹੋ ਗਿਆ। ਤਾਂ ਉਹ 14-15 ਲੱਖ ਰੁਪਈਆ ਬੱਚੇ ਦਾ ਖਰਚਾ ਆਇਆ। ਅਸੀਂ ਉਹਦਾ ਇਹ ਸਾਰਾ ਪ੍ਰੋਸੈਸ ਕਰਵਾਉਣ ਦੇ ਵਿੱਚ ਅਸੀਂ ਆਪਣਾ 10,000 ਲੈ ਲਿਆ ਜਾਂ 15,000 ਲੈ ਲਿਆ, ਉਹ ਜਾਇਜ਼ ਹੈ, ਉਹ ਸਾਡਾ ਹੱਕ ਹੈ, ਉਹ ਸਾਡਾ ਬਣਦਾ ਹੈ ਕਿ ਹਾਂ ਅਸੀਂ ਇਹ ਨਾ ਲੈ ਸਕਦੇ ਹਾਂ। ਹਾਂਜੀ ਹਾਂ ਬਿਲਕੁਲ। ਤੇ ਹੁਣ ਇਹ ਜ਼ਰੂਰੀ ਨਹੀਂ ਹੈਗਾ ਜਿਵੇਂ ਏਜੰਟ ਐਡ ਦੇ ਦਿੰਦੇ ਨੇ ਕਿ ਇੰਨੇ 'ਚ ਕੰਮ ਕਰਵਾ ਦਿੰਦੇ ਆ ਜੀ, ਕਿਉਂਕਿ ਸਟੱਡੀ ਦੇ ਵਿੱਚ ਤੁਹਾਨੂੰ ਬੱਚਿਆਂ ਨੂੰ ਬਹੁਤ ਹੀ ਇੱਕ ਅਵੇਅਰ ਹੋਣਾ ਪੈਣਾ, ਸਿਆਣੇ ਬਣਨਾ ਪੈਣਾ, ਸਰਚ ਕਰਨਾ ਪੈਣਾ ਕਿ ਕਿਸੇ ਦੀਆਂ ਗੱਲਾਂ 'ਚ ਨਾ ਆਓ, ਨਾ ਸਾਡੀਆਂ ਗੱਲਾਂ 'ਚ ਆਓ, ਨਾ ਕਿਸੇ ਹੋਰ ਦੀਆਂ ਗੱਲਾਂ 'ਚ ਆਓ। ਆਪਣਾ ਇੱਕ ਸਰਵੇ ਕਰੋ ਪੂਰਾ। ਕਿ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਬਸ ਇੱਕ ਐਗਜ਼ਾਮਪਲ ਜਾਂ ਹਿੰਟ ਛੋਟਾ ਜਿਹਾ ਦੇ ਦਿੰਦਾ ਕਿ ਸਟੱਡੀ ਵੀਜ਼ਾ ਜਿਹੜਾ ਲੱਗਦਾ ਹੈ ਉਹਦਾ ਖਰਚਾ ਜਿਹੜਾ ਹੈਗਾ ਉਹ ਬੱਚੇ ਦੇ ਹੱਥ ਵਿੱਚ ਹੀ ਹੈ ਕਿ ਉਹਨੇ ਕਿੰਨਾ ਖਰਚਾ ਕਰਨਾ ਹੈ। ਜਿੰਨੀ ਕੁ ਉਹਦੀ ਪਾਕਟ ਅਲਾਉ ਕਰਦੀ ਹੈ ਉਹ ਉਸ ਹਿਸਾਬ ਨਾਲ ਚੱਲ ਸਕਦਾ ਹੈ। ਠੀਕ ਹੈ ਜੀ। ਹੁਣ ਆਸਟ੍ਰੇਲੀਆ ਦੀ ਜੇ ਗੱਲ ਕਰੀਏ, 5 ਲੱਖ ਦੇ ਵਿੱਚ ਜਿਵੇਂ ਕਈ ਕਹਿ ਰਹੇ ਨੇ ਕਿ ਮੈਂ ਕਰਵਾ ਦਿੰਦਾ ਜੀ, ਹੈ ਨਾ, ਤੇ 5 ਲੱਖ ਦੇ ਵਿੱਚ ਤਾਂ ਹੋ ਹੀ ਜਾਣਾ ਜਦੋਂ ਕਾਲਜ ਹੀ ਤੁਸੀਂ ਐਸਾ ਚੂਜ਼ ਕਰਨਾ ਜਿਹਦੀ ਫੀਸ ਹੀ। ਹੁਣ ਅਸੀਂ ਆਪਣੇ ਬੱਚਿਆਂ ਨੂੰ ਇੱਥੇ ਪ੍ਰਾਈਵੇਟ ਸਕੂਲਾਂ 'ਚ ਪੜ੍ਹਾਉਣੇ ਆ, ਤੇ ਕਈ ਬੱਚੇ ਜਿਹੜੇ ਨੇ ਉਹਨਾਂ ਦੇ ਕਈ ਇੱਥੇ ਸਕੂਲ ਪ੍ਰਾਈਵੇਟ ਸਕੂਲ ਐਸੇ ਨੇ ਜਿਹਨਾਂ ਦੀ 500 ਰੁਪਈਆ ਫੀਸ ਹੈ, ਤੇ ਕਈ ਪ੍ਰਾਈਵੇਟ ਸਕੂਲ ਐਸੇ ਨੇ ਜਿਹਨਾਂ ਦੀ 5,000 ਫੀਸ ਵੀ ਹੈਗੀ ਹੈ। ਉਹਦੇ ਵਿੱਚ ਤਾਂ ਆਪਾਂ ਜੇ ਫਿਗਰ ਦੀ ਗੱਲ ਕਰੀਏ ਨਾ ਕਿ ਵੀਜ਼ੇ ਤੇ 10 ਲੱਖ ਲੱਗ ਰਿਹਾ ਜਾਂ 5 ਲੱਖ ਲੱਗ ਰਿਹਾ, ਇਹ ਜ਼ਰੂਰ ਦੇਖੋ ਕਿ ਜੇ ਕੋਈ 5 ਲੱਖ ਜਾਂ 2 ਲੱਖ 'ਚ ਤੁਹਾਡਾ ਵੀਜ਼ਾ ਕਰਵਾ ਰਿਹਾ ਹੈ, ਉਹ ਤੁਹਾਨੂੰ ਕਿਹੜਾ ਕਾਲਜ ਚੂਜ਼ ਕਰਕੇ ਦੇ ਰਿਹਾ। ਕਿਉਂਕਿ ਸਟੱਡੀ ਇੱਕ ਬਿਜ਼ਨਸ, ਐਸਾ ਬਿਜ਼ਨਸ ਹੈ, ਇਹਦੇ ਵਿੱਚ ਏਜੰਟ ਸਿਰਫ ਇਹ ਦੇਖਦੇ ਨੇ ਕਿ ਸਾਡੇ ਕੋਲ ਇੱਕ ਵਾਰੀ ਕੇਸ ਆ ਜਾਵੇ, ਉਹਨਾਂ ਨੂੰ ਪਤਾ ਵੀ ਹੁੰਦਾ ਹੈ ਕਿ ਵੀਜ਼ਾ ਨਹੀਂ ਲੱਗਣਾ, ਉਹ ਤਾਂ ਵੀ ਕੇਸ ਲੈ ਲੈਂਦੇ ਨੇ ਕਿ ਹਾਂਜੀ ਕਰ ਦਿਓ ਅਪਲਾਈ। ਕਿਉਂਕਿ ਜੇ ਕਲਾਇੰਟ ਨੇ ਸਟੱਡੀ ਵੀਜ਼ਾ ਏਜੰਟ ਕੋਲ ਅਪਲਾਈ ਕਰਤਾ, ਵੀਜ਼ਾ ਲੱਗੇਗਾ ਤਾਂ ਵੀ ਪੈਸੇ ਏਜੰਟ ਨੂੰ ਬਚਣੇ ਹੀ ਬਚਣੇ ਨੇ, ਜੇ ਵੀਜ਼ਾ ਨਹੀਂ ਲੱਗਦਾ ਤਾਂ ਵੀ ਏਜੰਟ ਨੂੰ ਪੈਸੇ ਬਚਣੇ ਹੀ ਬਚਣੇ ਨੇ, ਚਾਹੇ ਤੁਹਾਡੀ ਜੇਬ 'ਚ 1 ਰੁਪਈਆ ਨਹੀਂ ਗਿਆ।
ਏਜੰਟਸ ਨੂੰ ਪੈਸੇ ਬਚਦੇ ਹੀ ਬਚਦੇ ਨੇ, ਚਾਹੇ ਵੀਜ਼ਾ ਲੱਗੇ ਚਾਹੇ ਨਾ ਲੱਗੇ। ਇਸ ਕਰਕੇ ਬਿਜ਼ਨਸ ਜਿਹੜਾ ਹੈਗਾ ਸਟੱਡੀ ਵਾਲਾ, ਇਹਨੂੰ ਇੰਨਾ ਲੋਕਾਂ ਨੇ ਡਿਵੈਲਪ ਕੀਤਾ ਹੋਇਆ। ਹਰ ਇੱਕ ਏਜੰਟ ਸਟੱਡੀ ਵੀਜ਼ਾ, ਸਟੱਡੀ ਵੀਜ਼ਾ, ਸਟੱਡੀ ਵੀਜ਼ਾ, ਹੋਰ ਕੁਝ ਨਹੀਂ ਕਰ ਰਹੇ ਔਰ ਪੈਸੇ ਲੈ ਰਹੇ, ਪੈਸੇ ਲੈ ਰਹੇ। ਫਿਰ ਚਲੋ ਇੱਕ ਮੇਰੀ ਇਹ ਵੀ ਸੋਚ ਹੈ, ਸਾਰਿਆਂ ਨੂੰ ਰਿਕੁਐਸਟ ਵੀ ਹੈ ਕਿ ਚਲੋ ਪੈਸੇ ਹਰ ਕੋਈ ਕਮਾਉਂਦਾ ਹੈ, ਹਰ ਕੋਈ ਇੱਕ ਦੁਕਾਨ ਖੋਲ੍ਹ ਕੇ ਅਗਰ ਕੋਈ ਬੈਠਾ ਹੈ ਤੇ ਉਹਨਾਂ ਨੇ ਪੈਸੇ ਕਮਾਣੇ ਹੀ ਨੇ, ਪਰ ਜਿੰਨਾ ਹੋ ਸਕਦਾ ਹੈ ਇੱਕ ਥੋੜ੍ਹਾ ਜਿਹਾ ਫੀਲਿੰਗਸ ਦੇ ਨਾਲ, ਥੋੜ੍ਹਾ ਜਿਹਾ ਜਜ਼ਬਾਤੀ ਹੋ ਕੇ, ਵੀ ਇਹ ਨਹੀਂ ਕਿ ਪ੍ਰੋਫੈਸ਼ਨਲ ਹੀ ਚੱਲਣਾ ਹੈ, ਵੀ ਥੋੜ੍ਹਾ ਜਿਹਾ ਕੰਡੀਸ਼ਨ ਵੀ ਸਮਝੋ, ਅਗਲੇ ਦੀ ਫੀਲਿੰਗ ਨੂੰ ਸਮਝੋ, ਅਗਲੇ ਦੀ ਮਜਬੂਰੀ ਨੂੰ ਸਮਝੋ। ਵੀ ਇਹ ਨਹੀਂ ਹੈਗਾ ਕਿ ਸਾਰਿਆਂ ਨੂੰ ਇੱਕੋ ਕਤਾਰ ਦੇ ਵਿੱਚ ਆਪਾਂ ਖੜੇ ਕਰ ਦੇਣਾ ਵੀ ਹਾਂ ਜਿਹੜਾ ਆ ਗਿਆ ਤੇ ਬਸ ਆਪਾਂ ਉਹਦਾ ਕੰਮ ਕਰਨਾ ਹੈ ਜਾਂ ਉਹਨਾਂ ਤੋਂ ਪੈਸੇ ਲੈਣੇ ਨੇ, ਹਨਾ। ਵੀ ਆਪਾਂ ਨੂੰ ਮੰਨ ਲਓ ਪਤਾ ਹੋਵੇ ਕਿ ਇਹਦਾ ਵੀਜ਼ਾ ਨਹੀਂ ਲੱਗ ਸਕਦਾ, ਤਾਂ ਇਹੋ ਜਿਹੀ ਕੰਡੀਸ਼ਨ ਵਿੱਚ ਫਾਈਲਾਂ ਨਾ ਲਈਆਂ ਜਾਣ, ਹਨਾ। ਉਹਦੇ ਵਿੱਚ ਕੀ ਹੈ ਕਿ ਜਵਾਬ ਦਿੱਤਾ ਜ਼ਿਆਦਾ ਠੀਕ ਹੈ, ਅਗਲੇ ਨੂੰ ਸਮਝਾ ਦਿਓ, ਅਗਲਾ ਤੁਹਾਡੇ ਕੋਲ ਹੀ ਦੁਬਾਰਾ ਆਏਗਾ ਅਗਰ ਤੁਸੀਂ ਉਹਨੂੰ ਜਵਾਬ ਦੇ ਕੇ ਭੇਜ ਦੋਗੇ। ਅਗਲੇ ਦਾ ਯਕੀਨ ਵੀ ਬਣ ਜਾਂਦਾ ਹੈ ਵੀ ਹਾਂ ਇਹਨਾਂ ਨੇ ਮੈਨੂੰ ਕੁਝ ਸਮਝਾਇਆ, ਵੀ ਮੈਨੂੰ ਸਹੀ ਗਾਈਡ ਕੀਤਾ ਕਿ ਮੈਂ ਐਲੀਜੀਬਲ ਨਹੀਂ ਹੈਗਾ, ਤੇ ਹਾਂ ਮੈਂ ਆਹ ਚੀਜ਼ ਮੰਨ ਲਓ ਹੁਣ ਮੇਰੇ ਕੋਲ ਕਲਾਇੰਟਸ ਆਉਂਦੇ ਨੇ, ਚਾਹੇ ਟੂਰਿਸਟ ਵੀਜ਼ਾ ਹੈ ਚਾਹੇ ਸਟੱਡੀ ਵੀਜ਼ਾ ਹੈ, ਜੇ ਉਹ ਐਲੀਜੀਬਲ ਨਹੀਂ ਹੈਗਾ ਤਾਂ ਮੈਂ ਸਮਝਾ ਕੇ ਭੇਜਦਾ ਹੁੰਦਾ ਕਿ ਤੈਨੂੰ ਹਾਲੇ 6 ਮਹੀਨੇ ਤਿਆਰੀ ਕਰਨ ਨੂੰ ਲੱਗ ਜਾਣੇ ਨੇ, 6 ਮਹੀਨੇ ਬਾਅਦ ਵੀਰੇ ਮੇਰੇ ਕੋਲ ਆਈ, ਮੈਂ ਫਿਰ ਕੰਮ ਕਰਵਾਵਾਂਗਾ। ਔਰ ਮੇਰੇ ਕੋਲ ਆਉਂਦੇ ਨੇ ਕਲਾਇੰਟ, ਕੋਈ 6 ਮਹੀਨੇ ਬਾਅਦ ਦੁਬਾਰਾ ਆਉਂਦਾ ਤਿਆਰੀ ਕਰਕੇ। ਹੁਣ ਮੈਂ ਜਿਵੇਂ ਟੂਰਿਸਟ ਵੀਜ਼ਾ ਕਰਵਾਉਂਦਾ, ਟੂਰਿਸਟ ਵੀਜ਼ੇ ਦੇ ਵਿੱਚ ਮੈਂ ਕਲਾਇੰਟਸ ਨੂੰ, ਕਈ ਕਲਾਇੰਟ ਐਸੇ ਆਉਂਦੇ ਨੇ ਜਿਨ੍ਹਾਂ ਨੂੰ ਮੈਂ ਆਪ ਕਹਿ ਦਿੰਦਾ ਕਿ ਤੁਹਾਨੂੰ ਤਾਂ ਮੇਰੀ ਲੋੜ ਹੀ ਨਹੀਂ ਹੈਗੀ, ਹਨਾ। ਇਹ ਚੀਜ਼ਾਂ ਜਿਹੜੀਆਂ ਮੇਨ ਜਿਹੜੀਆਂ ਜ਼ਰੂਰੀ ਨੇ, ਸਭ ਨੂੰ ਸਮਝਾ ਕੇ ਚੱਲਣਾ। ਅੱਛਾ, ਗਾਰੰਟੀ ਬਹੁਤ ਲੈਂਦੇ ਨੇ ਕਈ, ਅਸੀਂ ਦੇਖਿਆ ਇਮੀਗ੍ਰੇਸ਼ਨ ਵਾਲੇ ਕਿ ਅਸੀਂ 100% ਗਾਰੰਟੀ ਹੈ ਤੁਹਾਨੂੰ ਭੇਜ ਦੇਵਾਂਗੇ, ਚਾਹੇ ਫਾਈਲ ਕੰਪਲੀਟ ਨਾ ਵੀ ਹੋਵੇ, ਹੈ ਨਾ। ਤੇ ਇਹ ਚੀਜ਼ਾਂ ਤੁਸੀਂ ਥੋੜ੍ਹਾ ਜਿਹਾ ਇਸ ਚੀਜ਼ ਤੋਂ ਅਸੀਂ ਦੇਖਿਆ ਕਿ ਗੁਰੇਜ਼ ਰੱਖਦੇ ਹੋ ਕਿ ਅਸੀਂ ਇਹ ਕੋਈ ਝੂਠੇ ਭਰੋਸੇ ਤੁਹਾਨੂੰ ਨਹੀਂ ਦਿਵਾਵਾਂਗੇ, ਤੁਸੀਂ ਇਸ ਚੀਜ਼ ਨੂੰ ਬਿਲਕੁਲ ਮੰਨਦੇ ਹੋ? ਹਾਂਜੀ, ਦੇਖੋ ਟੂਰਿਸਟ ਵੀਜ਼ੇ ਦੀ ਗੱਲ ਕਰੀਏ ਚਾਹੇ ਆਪਾਂ ਸਟੱਡੀ ਵੀਜ਼ੇ ਦੀ ਗੱਲ ਕਰੀਏ, ਵੀਜ਼ਾ ਤਾਂ ਅੰਬੈਸੀ ਨਹੀਂ ਦੇਣਾ ਹੁੰਦਾ। ਸਾਰਾ ਕੁਝ ਕਰਨ ਤੋਂ ਬਾਅਦ ਅੰਬੈਸੀ ਦੇ ਹੱਥ ਹੀ ਹੁੰਦਾ ਕਿ ਉਹਨਾਂ ਨੇ ਵੀਜ਼ਾ ਦੇਣਾ ਜਾਂ ਨਹੀਂ ਦੇਣਾ। ਹੁਣ ਮੰਨ ਲਓ ਕੋਈ ਟੂਰਿਸਟ ਵੀਜ਼ਾ ਅਪਲਾਈ ਕਰਦਾ ਹੈ, ਕਿਸੇ ਦੀ ਬੜੀ ਵੱਡੀ ਜੌਬ ਹੈ, 50-60 ਹਜ਼ਾਰ ਰੁਪਈਆ ਮੰਨ ਲਓ ਉਹਨੂੰ ਸੈਲਰੀ ਖਾਤੇ ਵਿੱਚ ਆ ਰਹੀ ਹੈ, ਜਾਂ ਮੈਂ ਸਿੱਧੀ ਜੀ ਗੱਲ ਕਰਾਂ ਕਿ ਮੰਨ ਲਓ ਕੋਈ ਲੈਕਚਰਰ ਹੈ, ਕੋਈ ਪ੍ਰਿੰਸੀਪਲ ਹੈ, ਜਾਂ ਕੋਈ ਤਹਿਸੀਲਦਾਰ ਹੈ, ਚੰਗੀ ਗਵਰਨਮੈਂਟ ਜੌਬ ਹੈਗੀ ਹੈ, ਜਾਂ ਕੋਈ ਬਹੁਤ ਵੱਡਾ ਬਿਜ਼ਨਸਮੈਨ ਹੈ, ਕਿ ਉਹਨੂੰ ਕਿਸੇ ਏਜੰਟ ਦੀ ਲੋੜ ਪੈਂਦੀ ਹੈ ਕਦੀ ਕਿ ਹਾਂਜੀ ਮੇਰੇ ਤੋਂ 10 ਲੱਖ ਰੁਪਏ ਲੈ ਲਓ ਤੇ ਮੇਰਾ ਟੂਰਿਸਟ ਵੀਜ਼ਾ ਲਵਾ ਦਿਓ, ਹੈ ਨਾ। ਅੰਬੈਸੀ ਤਾਂ ਵੀਜ਼ਾ ਦੇਣ ਵਾਸਤੇ ਬੈਠੀ ਹੈ। ਗਰੰਟੀ ਵਾਲਾ ਕੰਮ ਇਸ ਕਰਕੇ, ਦੇਖੋ ਮੈਨੂੰ ਕਈ ਵਾਰੀ ਪਤਾ ਵੀ ਹੁੰਦਾ ਕਿ ਇਹ ਵੀਜ਼ਾ ਲੱਗ ਜਾਣਾ ਹੈ, ਮੈਂ ਤਾਂ ਵੀ ਨਹੀਂ ਅਗਲੇ ਨੂੰ ਕਹਿੰਦਾ ਕਿ ਹਾਂਜੀ 100% ਗਰੰਟੀ ਇਹਦੀ ਲੱਗ ਹੀ ਜਾਣਾ ਹੈ, ਕਿਉਂਕਿ ਵੀ ਆਰ ਓਨਲੀ ਪ੍ਰੋਫਾਈਲਰ, ਅਸੀਂ ਸਾਰੇ ਪ੍ਰੋਫਾਈਲਰ ਹਾਂ, ਅਸੀਂ ਪ੍ਰੋਫਾਈਲ ਕਰਦੇ ਹਾਂ, ਬਸ ਸਾਡਾ ਕੰਮ ਹੈ ਫਾਈਲ ਤਿਆਰ ਕਰਨਾ। ਅਸੀਂ ਆਪਣੀ ਫਾਈਲ ਤਿਆਰ ਕਰਨ ਦਾ ਜੋ ਪੈਸਾ ਲੈਣਾ ਹੁੰਦਾ ਹੈ, ਕਿਸੇ ਤੋਂ 10,000 ਵੀ ਲੈਂਦੇ ਆ, ਕਿਸੇ ਤੋਂ 20,000 ਵੀ ਲੈਂਦੇ ਆ, ਕਿਸੇ ਤੋਂ 25 ਵੀ ਲੈਂਦੇ ਆ। ਸਾਡਾ ਵੱਧ ਤੋਂ ਵੱਧ ਜਿਹੜਾ ਰੇਟ ਹੈਗਾ ਅਕੋਰਡਿੰਗ ਟੂ ਫਾਈਲ, ਜਿਵੇਂ ਫਾਈਲ ਦੇ ਵਿੱਚ ਕੀ ਕੁਝ ਕਰਨਾ ਹੈ। ਜਾਂ ਮੈਂ ਤੁਹਾਨੂੰ ਦੱਸ ਹੀ ਦੇਵਾਂ, ਮੰਨ ਲਓ ਕਿਸੇ ਕੋਲ ਕੋਈ ਇਨਕਮ ਸੋਰਸ ਨਹੀਂ ਹੈਗਾ, ਸਿਰਫ ਪਾਸਪੋਰਟ, ਆਧਾਰ ਕਾਰਡ, ਪੈਨ ਕਾਰਡ ਹੈ, ਤਾਂ ਉਹਦੀ ਅਸੀਂ ਅਗਰ ਸਾਰੀ ਤਿਆਰੀ ਕਰਨੀ ਹੈ ਤਾਂ ਅਸੀਂ 25,000 ਰੁਪਈਆ ਐਡਵਾਂਸ ਲੈਂਦੇ ਹਾਂ। ਤੇ ਜੇ ਮੰਨ ਲਓ ਇਨਕਮ ਸੋਰਸ ਅਗਲੇ ਕੋਲ ਹੈਗਾ, ਸਪਾਂਸਰ ਆਈ ਹੋਈ ਹੈ, ਕੋਈ ਹੋਟਲ ਦੀ ਬੁਕਿੰਗ ਨਹੀਂ ਲੱਗਣੀ, ਕੋਈ ਟੀਚਰ ਹੈ, ਮੰਥਲੀ ਇਨਕਮ ਵੀ ਹੈਗੀ ਹੈ, ਤਾਂ ਮੈਨੂੰ ਇਕੱਲਾ 5500 ਰੁਪਈਆ ਦੇਣਾ ਹੈ, ਮੈਂ ਫਾਈਲ ਤਿਆਰ ਕਰਕੇ ਐਮਬੈਸੀ 'ਚ ਲਾ ਦਾਂਗਾ। ਮੇਰਾ ਤੁਸੀਂ ਫੇਸਬੁੱਕ ਪੇਜ ਤੇ ਜਾ ਕੇ ਦੇਖਿਓ, 5500 ਦੇ ਵਿੱਚ 4-4 ਹਜ਼ਾਰ ਦੇ ਵਿੱਚ ਮੈਂ ਕੈਨੇਡਾ ਦੇ ਵੀਜ਼ੇ ਲਵਾਏ ਹੋਏ ਨੇ ਤੇ ਅੱਜ ਵੀ ਲੱਗ ਰਹੇ ਨੇ, ਕਿਉਂਕਿ ਮੇਰੀ ਫਾਈਲਿੰਗ ਦਾ ਜਿਹੜਾ ਮੈਂ ਲੈਣਾ ਹੀ 5500 ਰੁਪਈਆ। ਹਾਂ, ਜੇ ਮੰਨ ਲਓ ਕਿਸੇ ਕੋਲ ਸਾਰਾ ਕੁਝ ਹੈ ਤੇ ਜੇ ਉਹਨਾਂ ਦਾ ਤਿਆਰੀ ਸਾਰੀ ਮੈਂ ਕਰਨੀ ਹੈ, ਇਨਕਮ ਸੋਰਸ ਸਾਰਾ ਮੈਂ ਤਿਆਰ ਕਰਨਾ, ਤਾਂ ਮੈਂ ਆਪਣਾ 25,000 ਰੁਪਈਆ ਲੈਣਾ ਹੀ ਲੈਣਾ, ਕਿਉਂਕਿ ਮੇਰੀ ਮਿਹਨਤ ਹੈ, ਮੇਰੇ ਹੱਕ ਦਾ ਹੈ, ਉਹਦੇ ਵਿੱਚ ਕੋਈ ਵੀ ਓਲਾ ਨਹੀਂ ਮੈਂ ਰੱਖਦਾ। ਤੇ ਜੋ ਵੀ ਪ੍ਰੋਫਾਈਲ ਹੁੰਦੀ ਹੈ ਤਿਆਰ ਕੀਤੀ ਹੋਈ, ਉਹ ਅਸੀਂ ਕਲਾਇੰਟ ਨੂੰ ਦੇਣੇ ਹੀ ਦੇਣੇ ਆ, ਮੌਕੇ ਤੇ ਦੱਸਦੇ ਹਾਂ ਵੀ ਤੇਰਾ ਆਹ ਚੀਜ਼ ਐਵੇਂ ਤਿਆਰ ਕੀਤੀ ਹੈ ਤੇ ਐਵੇਂ ਆਪਣਾ ਵੀਜ਼ਾ ਲੱਗਣਾ ਹੈ। ਤੇ ਜਿਹੜਾ ਗਰੰਟੀ ਵਾਲੀ ਜਿਵੇਂ ਤੁਸੀਂ ਗੱਲ ਕੀਤੀ ਸੀ, ਤਾਂ ਵੀਜ਼ਾ ਤਾਂ ਅੰਬੈਸੀ ਨੇ ਦੇਣਾ ਹੁੰਦਾ ਹੈ। ਅਸੀਂ ਚਾਹੇ ਜਿੰਨੀ ਮਰਜ਼ੀ ਤਿਆਰੀ ਵਧੀਆ ਕਰ ਲਈਏ, ਚਾਹੇ ਜਿੰਨੀ ਮਰਜ਼ੀ ਤਿਆਰੀ ਘਟੀਆ ਕਰ ਲਈਏ, ਹੈ ਨਾ, ਵੀਜ਼ਾ ਅੰਬੈਸੀ ਨੇ ਦੇਣਾ। ਕਈ ਵਾਰੀ ਬਹੁਤ ਵਧੀਆ ਪ੍ਰੋਫਾਈਲ ਨੂੰ ਵੀਜ਼ਾ ਨਹੀਂ ਦਿੰਦੇ, ਉਹ ਕਈ ਵਾਰੀ ਕੋਈ ਵੀਕ ਪ੍ਰੋਫਾਈਲ ਹੁੰਦੀ ਹੈ ਉਹਨੂੰ ਵੀ ਵੀਜ਼ਾ ਦੇ ਦਿੰਦੇ ਨੇ। ਸੋ ਇਮੀਗ੍ਰੇਸ਼ਨ ਤੇ ਉਹ ਬਿਲਕੁਲ, ਐਮਬੈਸੀ ਤੇ ਬਿਲਕੁਲ ਉਹ ਜਾਂਦਾ, ਐਮਬੈਸੀ ਤੇ ਡਿਪੈਂਡ ਕਰਦਾ ਹੈ, ਕਿਉਂਕਿ ਦੇਖੋ ਮੇਨ ਇਨਕਮ ਸੋਰਸ ਹੈ। ਐਮਬੈਸੀ ਦੋ ਹੀ ਚੀਜ਼ਾਂ ਦੇਖਦੀ ਹੈ, ਪਰਪਸ ਆਫ ਵਿਜ਼ਿਟ, ਕਿ ਇਹ ਵਾਕਈ ਘੁੰਮਣ ਜਾ ਰਿਹਾ, ਦੂਜਾ ਉਹ ਦੇਖਦੇ ਨੇ ਕਿ ਇਹ ਕੀ ਵਾਕਈ ਹੀ ਵਾਪਸ ਆਏਗਾ। ਇਹ ਦੋ ਚੀਜ਼ਾਂ ਕਲੀਅਰ ਹੀ ਬੰਦੇ ਦੇ ਸਟੇਟਸ ਤੋਂ ਹੁੰਦੀਆਂ ਨੇ। ਅਗਰ ਸਟੇਟਸ ਬਹੁਤ ਵਧੀਆ ਹੈ, ਸਟੇਟਸ ਕਿੱਥੋਂ ਕਲੀਅਰ ਹੁੰਦਾ ਹੈ? ਬੰਦੇ ਦੀ ਇਨਕਮ ਸੋਰਸ ਤੋਂ। ਮੈਂ ਤੁਹਾਨੂੰ ਕਲੀਅਰ ਦੱਸ ਦੇਵਾਂ, ਜਿਹੜਾ ਵੀ ਮੇਰੇ ਨਾਲ ਜੁੜਿਆ ਹੋਇਆ ਇਸ ਟਾਈਮ ਚੈਨਲ ਦੇਖ ਰਹੇ ਨੇ,
ਕਿ ਜੇ ਕਿਸੇ ਕੋਲ ਮੰਥਲੀ ਇਨਕਮ ਵਧੀਆ ਹੈਗੀ ਹੈ, ਖਾਤੇ ਵਿੱਚ ਪੇਮੈਂਟ ਆ ਰਹੀ ਹੈ, ITR ਤੁਹਾਡੇ ਕੋਲ ਵਧੀਆ ਹੈਗੀਆਂ ਨੇ, ਤੁਹਾਡਾ ਬੈਂਕ ਬੈਲੈਂਸ 5-7 ਲੱਖ 10 ਲੱਖ ਰੁਪਇਆ ਪਿਆ ਹੈ ਔਰ ਤੁਸੀਂ ਟੂਰਿਸਟ ਵੀਜ਼ਾ ਲਗਵਾਉਣਾ ਹੈ, ਤੁਹਾਨੂੰ ਕਿਸੇ ਏਜੰਟ ਦੀ ਲੋੜ ਨਹੀਂ। ਤੁਸੀਂ ਆਨਲਾਈਨ ਫਾਰਮ ਭਰੋ, ਅਪਲਾਈ ਕਰੋ, ਐਮਬੈਸੀ ਫੀਸ ਭਰੋ, ਵੀਜ਼ਾ ਲੱਗ ਜਾਏਗਾ। ਮੈਂ 5500 ਲੈਣਾ ਹੈ, ਤੁਹਾਡਾ ਤੇ ਇੱਕ ਤਰ੍ਹਾਂ ਦਾ ਫਿਰ ਫ੍ਰੀ 'ਚ ਹੀ ਲੱਗ ਗਿਆ। ਕਿਸੇ ਹੁਣ ਜਿਹੜੇ ਮੰਨ ਲਓ ਜਿਨ੍ਹਾਂ ਦੇ, ਉਹੀ ਮੈਂ ਗੱਲ ਕਰ ਰਿਹਾ ਸੀ, ਜਿਹਨਾਂ ਦੀ ਬਹੁਤ ਵੱਡੀਆਂ ਜੌਬਸ ਨੇ, ਬੜੇ ਵੱਡੇ ਬਿਜ਼ਨਸ ਨੇ, ਕੀ ਉਹਨਾਂ ਨੂੰ ਕਿਸੇ ਏਜੰਟ ਦੀ ਲੋੜ ਪੈਂਦੀ ਹੈ? ਬਿਲਕੁਲ ਆਪ ਹੀ ਕਰ ਲੈਂਦੇ, ਐਮਬੈਸੀ ਫੀਸ ਭਰਦੇ ਨੇ, ਵੀਜ਼ਾ ਲੱਗ ਜਾਂਦਾ ਹੈ। ਸੋ ਇਸ ਕਰਕੇ ਸਾਡੇ ਕੋਲ ਤਾਂ ਉਹ ਆਉਂਦੇ ਨੇ ਜਿਨ੍ਹਾਂ ਦੇ ਕੋਲ ਕੋਈ ਇਨਕਮ ਸੋਰਸ ਨਹੀਂ ਹੈਗਾ, ਕੋਈ ਫੰਡਿੰਗ ਨਹੀਂ ਹੈਗੀ। ਜਿਵੇਂ ਫੰਡਿੰਗ ਦਾ ਅਸੀਂ 1% ਇੰਟਰਸਟ ਲੈਂਦੇ ਹਾਂ, ਤੇ ਮਾਰਕੀਟ ਦੇ ਵਿੱਚ ਜਿੱਥੇ ਵੀ ਤੁਸੀਂ ਜਾਓਗੇ 3-4% ਤੋਂ ਘੱਟ ਕੋਈ ਵੀ ਨਹੀਂ ਲੈਂਦਾ। ਕੋਈ ਵੀ 3-4% ਤੋਂ ਘੱਟ ਇੰਟਰਸਟ ਨਹੀਂ ਲੈਂਦਾ। 1% ਅੱਜ ਵੀ ਹੈ ਤੇ 1% ਮੇਰਾ ਅੱਜ ਤੋਂ 3 ਸਾਲ 4 ਸਾਲ ਪਹਿਲਾਂ ਵੀ ਸੀ। 4 ਸਾਲ ਤੋਂ ਅਸੀਂ 1% ਇੰਟਰਸਟ ਲੈ ਰਹੇ ਹਾਂ ਜੇ ਕਿਸੇ ਦੀ ਅਸੀਂ ਫੰਡਿੰਗ ਕਰਦੇ ਹਾਂ। ਜੀ ਕੋਵਿਡ ਤੋਂ ਬਾਅਦ ਕੀ ਕੁਝ ਚੇਂਜਸ ਆਏ ਹੈ ਉਹਨਾਂ ਦੇ ਰੂਲਸ ਦੇ ਵਿੱਚ, ਐਮਬੈਸੀਜ਼ ਦੇ ਰੂਲ ਦੇ ਵਿੱਚ? ਕਿਸੇ ਵੀ ਕੰਟਰੀ ਦੇ ਵਿੱਚ ਅਗਰ ਕਿਸੇ ਨੇ ਟੂਰਿਸਟ ਵੀਜ਼ਾ ਹੀ ਆਪਣਾ ਲਗਵਾਉਣਾ ਹੋਵੇ, ਕਿਉਂਕਿ ਵਰਕ ਅਸੀਂ ਦੇਖ ਰਹੇ ਹਾਂ ਕਿ ਅਗਰ ਕਿਸੇ ਨੇ ਜਾਣਾ ਹੈ ਆਪਣੀ ਸਟੱਡੀ ਵੀਜ਼ਾ ਦੇ ਲਈ, ਬਹੁਤ ਸਾਰੀ ਕੰਟਰੀਜ਼ ਨੇ ਓਪਨ ਕੀਤੇ ਹੋਏ ਆ, ਬੱਚੇ ਜਾ ਵੀ ਰਹੇ ਆ, ਬਟ ਟੂਰਿਸਟ ਵੀਜ਼ਾ ਦੇ ਕੀ ਕੁਝ ਚੇਂਜਸ ਆਏ ਉਹਦੇ ਵਿੱਚ? ਨਹੀਂ, ਕੁਝ ਖਾਸ ਚੇਂਜ ਨਹੀਂ ਕੀਤਾ ਕਿਸੇ ਨੇ ਵੀ, ਬਸ ਜਿਵੇਂ ਪਹਿਲਾਂ ਸੀ ਉਵੇਂ ਹੀ ਰੀਓਪਨ ਹੋ ਕੇ ਚੱਲ ਰਿਹਾ, ਉਵੇਂ ਹੀ ਫਾਈਲਾਂ ਲੱਗ ਰਹੀਆਂ ਨੇ। ਬਸ ਇੱਕ ਅਫਵਾਹਾਂ ਜ਼ਰੂਰ ਉੱਡੀਆਂ ਹੋਈਆਂ ਨੇ ਕਿ ਪੋਰਟਲ ਚੇਂਜ ਹੋ ਗਿਆ ਜੀ, ਆਹ ਚੇਂਜ ਹੋ ਗਿਆ ਜੀ। ਕੁਝ ਏਜੰਟ ਆਪਣੀਆਂ ਕਮੀਆਂ ਨੂੰ ਛੁਪਾਉਣ ਵਾਸਤੇ ਕਈ ਵਾਰੀ ਕਲਾਇੰਟ ਨੂੰ ਕਹਿ ਦਿੰਦੇ ਨੇ ਕਿ ਆਹ ਚੀਜ਼ ਐਵੇਂ ਹੋ ਗਈ ਹੈ ਜੀ ਤਾਂ ਟਾਈਮ ਲੱਗ ਰਿਹਾ, ਆਹ ਚੀਜ਼ ਇੱਦਾਂ ਹੋ ਰਹੀ ਹੈ। ਦੇਖੋ, ਜਦੋਂ ਕਿਸੇ ਵੀ ਏਜੰਟ ਨੇ ਫਾਈਲ ਐਮਬੈਸੀ 'ਚ ਲਾਤੀ ਤੇ ਏਜੰਟ ਦਾ ਟਾਈਮ ਖਤਮ। ਉਸ ਤੋਂ ਬਾਅਦ ਐਮਬੈਸੀ ਨੇ ਰਿਜ਼ਲਟ ਦੇਣਾ, ਚਾਹੇ ਉਹ 10 ਦਿਨ ਲਾ ਦੇਵੇ, ਚਾਹੇ 15 ਦਿਨ ਲਾਵੇ, ਚਾਹੇ 2 ਮਹੀਨੇ ਲਾ ਦੇਣ। ਏਜੰਟ ਦਾ ਕੰਮ ਟੂਰਿਸਟ ਵੀਜ਼ੇ 'ਚ ਓਨਾ ਚਿਰ ਹੁੰਦਾ ਜਿੰਨਾ ਚਿਰ ਫਾਈਲ ਉਹ ਐਮਬੈਸੀ 'ਚ ਨਹੀਂ ਲਾਉਂਦਾ। ਤੇ ਜੇ ਫਾਈਲ ਐਮਬੈਸੀ 'ਚ ਨਹੀਂ ਲਾਈ, ਕੋਲ ਪਈ ਹੈ 6 ਮਹੀਨੇ ਰੱਖੀ ਕੋਲ ਆਪਾਂ, ਤਾਂ ਉਹਦੇ ਵਿੱਚ ਏਜੰਟ ਕਸੂਰਵਾਰ ਹੈ। ਠੀਕ ਹੈ ਨਾ? ਸੋ ਸਾਰਾ ਨਿਚੋੜ ਜਿਹੜਾ ਹੈਗਾ ਇਹੀ ਹੈ ਕਿ ਸਟੱਡੀ ਵੀਜ਼ਾ ਕਿਸੇ ਨੇ ਕਰਾਉਣਾ ਹੈ, ਚਾਹੇ ਟੂਰਿਸਟ ਵੀਜ਼ਾ ਕਿਸੇ ਨੇ ਕਰਾਉਣਾ ਹੈ, ਤਾਂ ਇੱਕ ਪੂਰੀ ਸੋਚ ਵਿਚਾਰ ਕੇ ਹੀ ਇੱਕ ਕਦਮ ਚੱਕਣਾ ਚਾਹੀਦਾ ਹੈ ਅੱਜ ਦੇ ਟਾਈਮ ਦੇ ਵਿੱਚ। ਕਿਉਂਕਿ ਸਾਡੀ ਲਾਈਨ ਦੇ ਵਿੱਚ ਮੈਂ ਖੁਦ ਇਹ ਗੱਲ ਕਹਿ ਰਿਹਾ ਕਿ ਐਸੇ ਲੋਕ ਬੈਠੇ ਨੇ ਜਿਹੜੇ ਕਿਸੇ ਤੇ ਕੋਈ ਤਰਸ ਨਹੀਂ ਕਰਦੇ, ਜਿਨ੍ਹਾਂ ਨੂੰ ਕਿਸੇ ਨਾਲ, ਕਿਸੇ ਦੀਆਂ ਭਾਵਨਾਵਾਂ ਨਾਲ ਲਾ ਲਓ, ਕਿਸੇ ਦੀ ਫੀਲਿੰਗਸ ਨਾਲ ਲਾ ਲਓ, ਜਾਂ ਇੱਕੋ ਹੀ ਗੱਲ ਹੋ ਗਈ ਕਿ ਕੋਈ ਲੈਣਾ ਦੇਣਾ ਨਹੀਂ ਹੈਗਾ। ਬਸ ਉਹ ਇਹ ਦੇਖਦੇ ਨੇ ਵੀ ਅਸੀਂ ਅੱਜ ਦੇ ਦਿਨ ਕਿੰਨੇ ਪੈਸੇ ਇਕੱਠੇ ਕਰਨੇ ਨੇ। ਇੰਨੀ ਠੱਗੀ ਠੋਰੀ ਹੋ ਰਹੀ ਹੈ, ਇੰਨਾ ਬੁਰਾ ਹਾਲ ਹੈ। ਸੋ ਲੋਕਾਂ ਨੂੰ ਇਹੀ ਮੇਰੀ ਬੇਨਤੀ ਹੈ ਕਿ ਰਜਿਸਟਰਡ ਜਿਹੜੇ ਨੇ ਉਹਨਾਂ ਏਜੰਟ ਕੋਲ ਹੀ ਜਾਇਆ ਜਾਵੇ। ਤੁਹਾਨੂੰ ਫੇਸਬੁੱਕ ਤੋਂ ਹੀ ਪਤਾ ਲੱਗ ਜਾਏਗਾ ਕਿ ਕਿਹੜਾ ਬੰਦਾ ਕਿੰਨੇ ਕੁ ਟਾਈਮ ਤੋਂ ਕੰਮ ਕਰ ਰਿਹਾ, ਤੇ ਪੁਰਾਣੇ ਬੰਦੇ ਕੋਲ ਹਮੇਸ਼ਾ ਜਾਓ। ਨਵੇਂ ਅੱਜ ਇੱਥੇ ਬੈਠੇ ਨੇ, ਕੱਲ ਐਡਰੈਸ ਬਦਲ ਕੇ ਦੂਜੀ ਥਾਂ ਤੇ ਬੈਠ ਜਾਂਦੇ ਨੇ। ਇੱਕ ਇਹ ਸਿਸਟਮ ਬੜਾ ਚੱਲਦਾ ਹੈ, ਕਿਉਂਕਿ ਇਸ ਕੰਮ ਦੇ ਵਿੱਚ ਨਾ ਜਿਵੇਂ ਇੱਕ ਤਰ੍ਹਾਂ ਦੀ ਗਾਹਕੀ ਜ਼ਿਆਦੀ ਹੈ। ਪੰਜਾਬ ਦੇ ਵਿੱਚ ਹਰ ਬੰਦਾ ਬਾਹਰ ਜਾਣ ਨੂੰ ਫਿਰਦਾ ਹੈ, ਤਾਂ ਹਰ ਇੱਕ ਬੰਦਾ ਜਿਹੜਾ ਵੀ ਦੁਕਾਨ ਖੋਲ੍ਹਦਾ ਤੇ ਉਹਦੀ ਦੁਕਾਨ ਕੁਛ ਟਾਈਮ ਵਾਸਤੇ ਤਾਂ ਚੱਲੀ ਜਾਂਦੀ ਹੈ। ਬਿਲਕੁਲ ਉਹਦੇ 'ਚ ਉਹ ਪੈਸਾ ਇਕੱਠਾ ਕਰ ਲੈਂਦੇ ਆ। ਹੁਣ ਜਿਵੇਂ ਵਰਕ ਪਰਮਿਟ ਵਾਲਾ ਜਿਹੜਾ ਸੀਨ ਹੈ, ਵਰਕ ਪਰਮਿਟ ਦੇ ਨਾਂ ਤੇ ਚੰਡੀਗੜ੍ਹ ਦੇ ਵਿੱਚ ਲਾ ਲਓ ਜਾਂ ਹੋਰ ਕਈ ਸ਼ਹਿਰ ਹੈਗੇ ਨੇ, ਕਈਆਂ ਨੂੰ ਤਾਂ ਮੈਂ ਪਰਸਨਲੀ ਜਾਣਦਾ ਵੀ ਹੈਗਾ, ਵੀ ਐਸੇ ਬੰਦੇ ਨੇ ਜਿਹੜੇ ਵਰਕ ਪਰਮਿਟ ਦੇ ਨਾਂ ਤੇ ਬੜੀ ਠੱਗੀ ਕਰ ਰਹੇ ਨੇ, ਔਰ ਲੋਕਾਂ ਨੂੰ ਨੌਲੇਜ ਨਹੀਂ ਹੈਗੀ, ਔਰ ਲੋਕ ਜਾ ਕੇ ਪੈਸੇ ਦੇ ਰਹੇ ਨੇ। ਤਾਂ ਹੀ ਦੇਖਿਆ ਜਾ ਰਿਹਾ ਕਿ ਛੋਟੀ ਕੰਟਰੀਜ਼ ਜਿੱਥੇ ਬਹੁਤ ਮਤਲਬ ਨਹੀਂ ਜ਼ਿਆਦਾ ਪੈਸੇ ਲੱਗਦੇ, ਉੱਥੇ ਵੀ 20-25 ਲੱਖ ਲੋਕਾਂ ਨੂੰ ਦੇਣੇ ਪੈਂਦੇ ਉੱਥੇ ਜਾ ਕੇ ਵਰਕ ਪਰਮਿਟ, ਔਰ ਉੱਥੇ ਪੱਕਾ ਵੀ ਨਹੀਂ ਹੈ ਕਿ ਤੁਹਾਨੂੰ ਕੰਮ ਉੱਥੇ ਦੇਣਗੇ ਕਿ ਨਹੀਂ। ਸੈਟਲਮੈਂਟ ਵੀ ਕੰਮ ਵੀ ਦੇਣਾ ਵੱਖਰੀ ਗੱਲ ਹੈ। ਪਹਿਲੀ ਗੱਲ ਤੇ ਇਹੀ ਨਹੀਂ ਪਤਾ ਕਿ ਇੱਥੋਂ ਜਾਣਾ ਹੈ ਜਾਂ ਨਹੀਂ ਜਾਣਾ, ਕਿਉਂਕਿ ਕਈਆਂ ਦਾ ਤੇ ਧੰਦਾ ਕੀ ਹੈ, ਉਹਨਾਂ ਨੇ ਸਿਰਫ ਮੈਡੀਕਲ ਦੇ ਪੈਸੇ ਇਕੱਠੇ ਕਰਨੇ ਹੁੰਦੇ ਨੇ ਸ਼ਾਮ ਤੱਕ। ਹੁਣ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਕਿ ਕਿਸੇ ਦਾ ਵੀਜ਼ਾ ਲੱਗਿਆ ਹੈ ਜਾਂ ਲਵਾਉਣਾ ਹੈ ਜਾਂ ਬਾਹਰ ਭੇਜਣਾ ਹੈ ਜਾਂ ਨਹੀਂ ਭੇਜਣਾ। 4000 ਰੁਪਈਆ ਮੈਡੀਕਲ ਦਾ ਲੈਣਾ ਹੈ ਉਹਨਾਂ ਨੇ ਇੱਕ ਬੰਦੇ ਤੋਂ। ਚੰਡੀਗੜ੍ਹ, ਮੋਹਾਲੀ, ਜਲੰਧਰ ਦੇ ਵਿੱਚ ਵੀ, ਪੂਰੇ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਐਸੇ ਲੋਕ ਵੀ ਬੈਠੇ ਨੇ ਜਿਹੜੇ ਕਿ ਇਹ ਕੰਮ ਵੀ ਕਰ ਰਹੇ ਨੇ ਕਿ ਮੈਡੀਕਲ ਦੇ ਨਾਂ ਤੇ ਹੀ ਰੋਜ਼ ਦਾ 4000 ਰੁਪਈਆ ਇਕੱਠਾ ਕਰਦੇ ਨੇ। ਹੁਣ 4000 ਰੁਪਈਆ ਦਿਹਾੜੀ 'ਚ 50 ਬੰਦਿਆਂ ਨੇ ਦੇਤਾ ਜਾਂ 10 ਬੰਦਿਆਂ ਨੇ ਵੀ ਦੇਤਾ, ਅਗਲੇ ਸ਼ਾਮ ਨੂੰ 2-2.5 ਲੱਖ ਰੁਪਏ ਇਕੱਠਾ ਕਰਕੇ ਘਰੇ ਚਲੇ ਜਾਂਦੇ ਨੇ। ਤੇ ਕਲਾਇੰਟ ਨੂੰ ਫਿਰ ਫੋਨ ਕਰਦੇ ਰਹਿੰਦੇ ਨੇ, ਪੁੱਛਦੇ ਰਹਿੰਦੇ ਨੇ ਕੀ ਬਣਿਆ ਜੀ, ਕੀ ਨਹੀਂ ਬਣਿਆ। ਬਸ ਉਹ 4-5 ਮਹੀਨੇ ਪੈਸੇ ਇਕੱਠੇ ਕਰਕੇ ਜਗ੍ਹਾ ਛੱਡ ਕੇ ਫਿਰ ਦੂਸਰੀ ਜਗ੍ਹਾ ਚਲੇ ਜਾਂਦੇ ਨੇ। ਕਿਉਂਕਿ ਇਹ ਚੀਜ਼ਾਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ? ਸਿਰਫ ਇੱਕ ਆਪਣੇ ਆਪ ਨੂੰ ਨੌਲੇਜ ਗੇਨ ਕਰਨਾ ਹੈ ਨਾ। ਅੱਜ ਕੱਲ੍ਹ YouTube ਤੇ ਬੜਾ ਕੁਝ ਹੈਗਾ, ਨੌਲੇਜ ਹੋਣੀ ਬੜੀ ਜ਼ਰੂਰੀ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਗਰ ਸਟੱਡੀ ਵੀਜ਼ੇ ਤੇ ਜਾ ਰਹੇ ਹੋ ਤਾਂ ਸਟੱਡੀ ਵੀਜ਼ਾ ਕਿਵੇਂ ਲੱਗਦਾ ਹੈ, ਅਗਰ ਟੂਰਿਸਟ ਵੀਜ਼ੇ ਤੇ ਜਾ ਰਹੇ ਹੋ ਤਾਂ ਟੂਰਿਸਟ ਵੀਜ਼ਾ ਕਿਵੇਂ ਲੱਗਦਾ ਹੈ। ਇਹ ਦੋਨਾਂ ਚੀਜ਼ਾਂ ਦਾ ਇੱਕ ਨੌਲੇਜ ਹੋਣੀ ਜ਼ਰੂਰੀ ਹੈ, ਤਾਂ ਹੀ ਤੁਹਾਨੂੰ ਏਜੰਟ ਬਾਰੇ ਪਤਾ ਲੱਗੇਗਾ ਕਿ ਉਹਦੀਆਂ ਗੱਲਾਂ ਸਹੀ ਨੇ ਜਾਂ ਗਲਤ ਨੇ।
ਕਿ ਗਾਈਡ ਕੀ ਕਰ ਰਹੇ ਹਾਂ, ਜੇ ਤੁਹਾਨੂੰ ਨੌਲੇਜ ਹੀ ਨਹੀਂ ਹੈਗੀ ਤਾਂ ਤੁਹਾਨੂੰ ਮੇਰੀਆਂ ਗੱਲਾਂ ਐਵੇਂ ਉੱਪਰੋਂ ਲੰਘ ਜਾਣੀਆਂ ਨੇ, ਕੋਈ ਫਾਇਦਾ ਨਹੀਂ ਹੈਗਾ। ਤੁਹਾਨੂੰ ਐਂ ਲੱਗੇਗਾ ਬਸ ਕਿ ਮੈਂ ਆਪਣੀ ਐਡਵਰਟਾਈਜ਼ਮੈਂਟ ਵਾਸਤੇ ਗੱਲਾਂ ਕਰ ਰਿਹਾ। ਅਸਲ ਦੇ ਵਿੱਚ ਮੈਂ ਦਿਲੋਂ ਇਹ ਗੱਲ ਕਹਿ ਰਿਹਾ ਕਿ ਨੌਲੇਜ ਹੋਣਾ ਤੁਹਾਨੂੰ ਬਹੁਤ ਜ਼ਰੂਰੀ ਹੈ। ਜੇ ਤੁਹਾਨੂੰ ਨੌਲੇਜ ਹੋਏਗੀ ਤਾਂ ਇਹ ਠੱਗੀਆਂ ਬੰਦ ਹੋਣਗੀਆਂ, ਤੇ ਜਿਹਨੇ ਠੱਗੀ ਕਰਨੀ ਹੈ ਉਹਨੇ ਤਾਂ ਹਟਣਾ ਹੀ ਨਹੀਂ ਹੈਗਾ ਬਿਲਕੁਲ ਵੀ। ਉਹ ਤਾਂ ਆਪਾਂ ਉਹਨੂੰ ਤਾਂ ਬਿਲਕੁਲ ਵੀ ਕਿਸੇ ਵੀ ਤਰੀਕੇ ਨਾਲ ਇੱਕ ਨੂੰ ਆਪਾਂ ਬਿਠਾ ਲਾਂਗੇ, ਦੂਸਰਾ ਖੜਾ ਹੋ ਜਾਏਗਾ, ਹਨਾ। ਸੋ ਆਪਣੇ ਆਪ ਨੂੰ ਜਿਵੇਂ ਅਵੇਅਰ ਹੋਣਾ ਪੈਣਾ ਹੈ, ਆਪਣੇ ਆਪ ਨੂੰ ਨੌਲੇਜ ਗੇਨ ਕਰਨੀ ਪੈਣੀ ਹੈ, ਤਾਂ ਇਹ ਚੀਜ਼ਾਂ ਸਾਰੀਆਂ ਸੈੱਟ ਹੋ ਜੀ। ਸਕਦੀਆਂ ਇੱਕ ਟੂਰਿਸਟ ਵੀਜ਼ਾ ਵਿੱਚ ਸ਼ੈਂਗਨ ਵੀਜ਼ਾ ਹੁੰਦਾ, ਜਿੱਥੇ ਅਸੀਂ 26 ਕੰਟਰੀਜ਼ ਦੇ ਵੀਜ਼ਾ ਜਿਹੜੇ ਆ ਮਿਲਦੇ ਆ। ਉਹਦੇ ਰਿਫਿਊਜ਼ਲ, ਕਈਆਂ ਨੂੰ ਇਹ ਹੈਗਾ ਕਿ ਰਿਫਿਊਜ਼ਲ ਕਈ ਵਾਰ ਲੱਗ ਜਾਂਦਾ ਹੈ। ਸੋ ਜਦੋਂ ਤੁਸੀਂ, ਕਿਉਂਕਿ ਇੰਨੇ ਸਾਲਾਂ ਤੋਂ 15 ਸਾਲ ਤੁਹਾਨੂੰ ਘੱਟੋ ਘੱਟ ਹੋ ਗਏ, ਤੁਸੀਂ ਟੂਰਿਸਟ ਵੀਜ਼ਾ ਲਗਵਾ ਰਹੇ ਹੋ, ਤੁਹਾਡੇ ਕੋਲ ਇਦਾਂ ਦੇ ਕੇਸਿਸ ਆਏ? ਨਹੀਂ, ਐਕਚੁਅਲੀ ਦੇਖੋ, ਸ਼ੈਨਗਨ ਵੀਜ਼ਾ ਹੋਵੇ ਚਾਹੇ ਜਿਹੜਾ ਸ਼ੈਨਗਨ ਵੀਜ਼ਾ ਹੈ, ਹੁਣ ਮੰਨ ਲਓ ਆਪਾਂ ਕੈਨੇਡਾ ਟੂਰਿਸਟ ਵੀਜ਼ਾ ਲੈਂਦੇ ਆ, UK ਦਾ ਟੂਰਿਸਟ ਵੀਜ਼ਾ ਲੈਂਦੇ ਆ, ਆਸਟ੍ਰੇਲੀਆ ਦਾ ਲੈਂਦੇ ਆ। ਇਸੇ ਤਰ੍ਹਾਂ ਆਪਾਂ ਯੂਰਪ ਦਾ ਜਿਹੜਾ ਘੁੰਮਣ ਫਿਰਨ ਵਾਸਤੇ ਵੀਜ਼ਾ ਲੈਣਾ ਹੋਵੇ ਤਾਂ ਉਹਨੂੰ ਆਪਾਂ ਸ਼ੈਨਗਨ ਵੀਜ਼ਾ ਵੀ ਕਹਿ ਦਿੰਦੇ ਆ, ਟੂਰਿਸਟ ਵੀ ਕਹਿ ਦਿੰਦੇ ਆ, ਟੂਰਿਜ਼ਮ ਵੀ ਕਹਿ ਦਿੰਦੇ ਆ। ਵੀਜ਼ਾ ਜਿਹੜਾ ਹੈਗਾ ਦੇਣਾ ਉਹੀ ਗੱਲ ਹੈ ਕਿ ਐਮਬੈਸੀ ਨਹੀਂ ਹੁੰਦਾ। ਤੇ ਪਹਿਲਾਂ ਰਿਸਪੌਂਸ ਸ਼ੈਨਗਨ ਵੀਜ਼ੇ ਦਾ ਵਧੀਆ ਨਹੀਂ ਰਿਹਾ, ਤੇ ਹੁਣ ਤਾਂ ਹਾਲੇ ਰੀਓਪਨ ਹੋਇਆ ਏ। ਹਾਲੇ ਸਾਡੇ ਲੇਟੈਸਟ ਕੋਈ ਐਸੇ ਵੀਜ਼ੇ ਨਹੀਂ ਆਏ ਕਿ ਜਿਹੜੇ ਮੈਂ ਕਹਾਂ ਕਿ ਮੈਂ ਇੰਨੇ ਵੀਜ਼ੇ ਲਵਾਤੇ ਨੇ, ਜਿਵੇਂ ਕਰਤਾ ਉਵੇਂ ਕਰਤਾ। ਬਿਕੋਜ਼ ਹਾਲੇ ਸ਼ੈਨਗਨ ਜਿਹੜਾ ਹੈਗਾ ਉਹਨੂੰ ਓਪਨ ਹੋਏ ਨੂੰ ਹੀ ਹਾਲੇ ਤਕਰੀਬਨ 20 ਕੁ ਦਿਨ ਹੋਏ ਨੇ ਕਿ ਫਾਈਲਾਂ ਲੱਗਣੀਆਂ ਸ਼ੁਰੂ ਹੋਈਆਂ ਨੇ। ਤੇ ਜਿਹੜੀਆਂ ਫਾਈਲਾਂ ਦੀ ਅਸੀਂ ਡੇਟ ਚੱਕੀ ਹੋਈ ਹੈ, ਉਹ ਕਿਸੇ ਦੀ ਹੁਣ ਤੋਂ 20 ਦਿਨ ਬਾਅਦ ਦੀ ਹੈ, ਕਿਸੇ ਦੀ ਮਹੀਨੇ ਬਾਅਦ ਦੀ ਹੈ। ਹਾਲੇ ਤਾਂ 1.5-2 ਮਹੀਨੇ ਬਾਅਦ ਪਤਾ ਚੱਲੇਗਾ ਵੀ ਕੀ ਰੇਸ਼ੋ ਉਹਨਾਂ ਦੀ, ਕੀ ਪਰਸੈਂਟੇਜ ਨਿਕਲਦੀ ਹੈ ਯੂਰਪ ਦੀ, ਕਿ ਉਹ ਵੀਜ਼ਾ ਕਿਵੇਂ ਦੇਣਗੇ ਕਿਵੇਂ ਨਹੀਂ ਦੇਣਗੇ। ਇਹ ਚੀਜ਼ਾਂ ਬਾਅਦ ਚੋਂ ਕਲੀਅਰ। ਜਿਵੇਂ ਟਾਈਮ ਬਦਲਦਾ ਜਾ ਰਿਹਾ, ਤੁਸੀਂ ਦੇਖ ਰਹੇ ਹੋ ਕਿ ਬੱਚਿਆਂ ਦੇ ਵਿੱਚ ਸਟੱਡੀ ਵੀਜ਼ਾ ਹੀ ਜ਼ਿਆਦਾ ਹੋਂਦ ਆ ਗਈ, ਔਰ ਲੋਕਾਂ ਦੇ ਵਿੱਚ ਜਿਹੜਾ ਟੂਰਿਸਟ ਵੀਜ਼ਾ ਦੀ ਥੋੜੀ ਘੱਟ ਉਹ ਜਾਣਦੇ ਨੇ ਕਿ ਘੱਟ ਲਗਵਾਉਂਦੇ ਨੇ। ਨਹੀਂ ਜੀ, ਇਦਾਂ ਦਾ ਕੁਝ ਨਹੀਂ ਹੈਗਾ। ਐਕਚੁਅਲੀ ਪਤਾ ਕੀ ਹੈ ਜੀ, ਦੇਖੋ ਹਰ ਇੱਕ ਜਾਣਾ ਸਟੱਡੀ ਵੀਜ਼ੇ ਦਾ ਧੰਦਾ ਖੋਲ ਕੇ ਬੈਠਾ ਹੋਇਆ ਹੈ। ਇਸ ਕਰਕੇ ਉਹਨਾਂ ਨੂੰ ਲੱਗਦਾ ਹੈ ਕਿ ਸਟੱਡੀ ਵੀਜ਼ੇ ਦਾ ਹੀ ਕੰਮ ਬਹੁਤ ਜ਼ਿਆਦਾ ਹੈ, ਔਰ ਹੈ ਵੀ ਹੈ, ਇਹਦੇ 'ਚ ਕੋਈ ਡਾਊਟ ਨਹੀਂ ਹੈਗਾ। ਬਟ ਟੂਰਿਸਟ ਵੀਜ਼ੇ ਦਾ ਵੀ ਇੰਨਾ ਜ਼ਿਆਦਾ ਕੰਮ ਹੈ, ਅਗਰ ਇਹ ਸਹੀ ਨੀਤ ਨਾਲ, ਸਹੀ ਤਰੀਕੇ ਨਾਲ, ਅਗਰ ਮੰਨ ਲਓ ਕੋਈ ਠੱਗੀ ਕਰ ਰਿਹਾ ਹੈ ਤਾਂ ਉਹਨੂੰ ਮੇਰੀ ਇਹੀ ਬੇਨਤੀ ਹੈ ਕਿ ਉਹ ਸਹੀ ਤਰੀਕੇ ਨਾਲ ਸਿਰਫ ਫਾਈਲਿੰਗ ਦਾ ਕੰਮ, ਟੂਰਿਸਟ ਵੀਜ਼ੇ ਦਾ ਕੰਮ ਅਗਰ ਕਰਨ ਲੱਗ ਜਾਵੇ ਨਾ, ਮੰਨ ਲਓ ਅਗਲੇ ਨੂੰ ਸਟੱਡੀ ਵੀਜ਼ੇ ਦੀ ਨਹੀਂ ਨੌਲੇਜ ਹੈਗੀ, ਉਹ ਨਹੀਂ ਕੰਮ ਕਰ ਸਕਦਾ, ਜਾਂ ਕਿਸੇ ਹੋਰ ਚੀਜ਼ ਦੀ ਨੌਲੇਜ ਨਹੀਂ ਹੈਗੀ, ਤਾਂ ਇਹਦੀ ਨੌਲੇਜ ਇਕੱਠੀ ਕਰਕੇ, ਤਿਆਰੀ ਕਰਕੇ ਟੂਰਿਸਟ ਵੀਜ਼ੇ ਦਾ ਕੰਮ ਜਿਹੜਾ ਹੈਗਾ ਅਗਰ ਕਰੇਗਾ ਤਾਂ ਟੂਰਿਸਟ ਵੀਜ਼ੇ ਦਾ ਬਹੁਤ ਵੱਡਾ ਬਿਜ਼ਨਸ ਹੈ। ਟੂਰਿਸਟ ਵੀਜ਼ੇ ਵਾਸਤੇ ਬਹੁਤ ਲੋਕ ਆਉਂਦੇ ਨੇ। ਹੁਣ ਇਹ ਜ਼ਰੂਰੀ ਥੋੜੀ ਹੈ ਕਿ ਸਾਰੇ ਆਇਲਸ ਕਰ ਲੈਂਦੇ ਨੇ ਜਾਂ ਸਾਰਿਆਂ ਨੇ +2 ਕਰੀ ਹੋਈ ਹੈ। ਹੁਣ ਕਈ ਕਲਾਇੰਟ ਮੇਰੇ ਕੋਲ ਐਸੇ ਆਉਂਦੇ ਨੇ ਜਿਨ੍ਹਾਂ ਨੇ 10 ਪੜ੍ਹੇ ਹੋਏ ਨੇ, ਜਿਹੜੇ ਜਾਂ +2 ਕਰੀ ਹੋਈ ਹੈ, ਜਾਂ ਜਿਨ੍ਹਾਂ ਦੀ ਏਜ ਉੱਪਰ ਹੋ ਚੁੱਕੀ ਹੈ, ਸਟੱਡੀ ਦਾ ਵੀਜ਼ਾ ਲਵਾ ਹੀ ਨਹੀਂ ਸਕਦੇ ਉਹ, ਹੈ ਨਾ। ਸੋ ਮੇਰੇ ਕੋਲ ਤੁਸੀਂ ਇਹ ਦੇਖ ਲਓ 100 ਤੋਂ ਪਲੱਸ ਕਲਾਇੰਟ ਮੇਰੇ ਕੋਲ ਐਵਰੀ ਡੇ ਓਨਲੀ ਟੂਰਿਸਟ ਵੀਜ਼ਾ ਵਾਸਤੇ ਆਉਂਦੇ ਨੇ, ਜਲੰਧਰ ਬ੍ਰਾਂਚ ਵਿੱਚ ਔਰ ਰਾਜਪੁਰੇ ਦੇ ਵਿੱਚ। ਇਸ ਕਰਕੇ ਟੂਰਿਸਟ ਵੀਜ਼ਾ ਮੈਂ ਕਰ ਵੀ ਹੁਣ ਦਾ ਨਹੀਂ ਰਿਹਾ, ਬਹੁਤ ਟਾਈਮ ਹੋ ਗਿਆ ਮੈਨੂੰ, ਹੈ ਨਾ। ਸੋ ਦੁਨੀਆ ਭੇਜੀ ਹੈ ਬਾਹਰ, ਤੇ ਇੱਕ ਉਹ ਰੈਫਰੈਂਸ ਜਿਹੜਾ ਹੈਗਾ ਉਸ ਨੂੰ ਦੇਖ ਕੇ ਲੋਕ ਆਉਂਦੇ ਨੇ, ਕੋਈ ਵੀਡੀਓ ਦੇਖ ਕੇ ਆ ਰਹੇ ਨੇ, ਜਾਂ ਹੁਣ ਆਪਣਾ ਇਹ ਜਿਹੜੀ ਆਪਾਂ ਕਰ ਰਹੇ ਹਾਂ ਇੱਕ ਤਰ੍ਹਾਂ ਦੀ ਐਡਵਰਟਾਈਜ਼ਮੈਂਟ ਲਾ ਲਓ, ਜਾਂ ਲੋਕਾਂ ਨੂੰ ਦੱਸ ਰਹੇ ਹਾਂ ਆਪਾਂ। ਕਿਉਂਕਿ ਦੇਖੋ ਆਪਾਂ ਅੱਜ ਬੈਠੇ ਇਹ ਚੀਜ਼ਾਂ ਗੱਲਾਂ ਕਰ ਰਹੇ ਹਾਂ ਤਾਂ ਮੇਰਾ ਇਹੀ ਵਿੱਚੋਂ ਥੋੜਾ ਜਿਹਾ ਇਹ ਹੁੰਦਾ ਹੈ ਵੀ ਠੀਕ ਹੈ, ਅਗਰ ਮੈਂ ਲੋਕਾਂ ਤੱਕ ਆਪਣੇ ਬਿਜ਼ਨਸ ਦੀ ਕੋਈ ਪ੍ਰੋਫਾਈਲ ਨੂੰ ਪ੍ਰਮੋਟ ਕਰ ਰਿਹਾ ਤਾਂ ਦੂਜੇ ਪਾਸੇ ਮੇਰਾ ਮੰਨਣਾ ਇਹ ਵੀ ਹੁੰਦਾ ਹੈ ਕਿ ਕੁਝ ਚੰਗੀਆਂ ਗੱਲਾਂ ਵੀ ਸੁਣਨ ਨੂੰ ਮਿਲਣ ਜਿਹਦੇ ਵਿੱਚ ਲੋਕਾਂ ਦਾ ਫਾਇਦਾ ਹੋ ਸਕੇ। ਇਹ ਨਹੀਂ ਹੈਗਾ ਕਿ ਮੈਂ ਆਪਣੇ ਕੰਮ ਦੀ ਹੀ ਗੱਲ ਕਰਾਂ ਵੀ ਇੱਦਾਂ ਆ ਜਾਓ ਜੀ, ਉੱਦਾਂ ਆ ਜਾਓ, ਮੈਂ ਕਰਾ ਦਾਂਗਾ, ਉਹ ਕਰਵਾ ਦਾਂਗਾ। ਤੇ ਇਹਦੇ ਵਿੱਚ ਸਭ ਤੋਂ ਇੱਕ ਨੋਟ ਕਰਨ ਵਾਲੀ ਗੱਲ ਇਹੀ ਹੈ ਕਿ ਤੁਸੀਂ ਸਭ ਨੂੰ ਨੌਲੇਜ ਹੋਣਾ ਜ਼ਰੂਰੀ ਹੈ, ਜਿਹਦੇ ਕਰਕੇ ਇਹ ਜਿਹੜੀ ਠੱਗੀ ਠੋਰੀ ਏਜੰਟਾਂ ਵੱਲੋਂ ਹੁੰਦੀ ਹੈ ਇਹ ਬੰਦ ਹੋ ਸਕਦੀ ਹੈ। ਤੇ ਇਹੋ ਜਿਹੀਆਂ ਗੱਲਾਂ 'ਚ ਨਾ ਆਇਆ ਕਰੋ, ਜਿਵੇਂ ਕੋਈ ਕਹਿ ਦਿੰਦੇ ਨੇ ਮੈਂ 5 ਲੱਖ 'ਚ ਕਰਵਾ ਰਿਹਾ ਜੀ, ਮੈਂ 2 ਲੱਖ 'ਚ ਕਰਵਾ ਰਿਹਾ, ਹੈ ਨਾ। ਤੇ ਇਦਾਂ ਦਾ ਕੁਝ ਨਹੀਂ ਹੁੰਦਾ। ਉਹ ਤਾਂ ਜੋ ਜਿੰਨਾ ਖਰਚਾ ਆਉਣਾ ਹੈ, ਜਿਹੜੇ ਕੋਰਸ 'ਤੇ ਤੁਸੀਂ ਜਾਣਾ ਚਾਹੁੰਦੇ ਹੋ, ਜਿਹੜੇ ਕਾਲਜ ਜਾਣਾ ਚਾਹੁੰਦੇ ਹੋ, ਉਸ ਹਿਸਾਬ ਨਾਲ ਹੀ। ਹੁਣ ਮੰਨ ਲਓ ਉਹ ਕਹਿ ਰਹੇ ਨੇ ਕਿ ਕਈਆਂ ਦਾ ਜਿਵੇਂ ਸਟੇਟਮੈਂਟ ਆਈ ਹੈ, ਕਾਫੀ ਏਜੰਟ ਨੇ ਜਿਹੜੇ ਕਹਿ ਰਹੇ ਨੇ ਕਿ ਮੈਂ 5 ਲੱਖ 'ਚ ਕਰਵਾ ਦਿੰਦਾ, 2.5 ਲੱਖ 'ਚ ਕਰਵਾ ਦਿੰਦਾ, ਸ਼ਰਤੀਆ ਕਿ ਗਾਰੰਟੀ ਹੈ। ਹਾਂ, ਹੁਣ ਕਿਸੇ ਨੇ ਕੋਈ ਇੰਜੀਨੀਅਰਿੰਗ ਕੀਤੀ ਹੋਈ ਹੈ, ਮੰਨ ਲਓ ਕਿਸੇ ਦਾ ਕੋਈ ਬਹੁਤ ਵੱਡਾ ਮਹਿੰਗਾ ਕੋਰਸ ਹੈ, ਕਿਸੇ ਦਾ ਮੰਨ ਲਓ, ਕਿਉਂਕਿ ਸਟੱਡੀ ਹਰ ਇੱਕ ਬੱਚੇ ਦੀ ਅਲੱਗ-ਅਲੱਗ ਹੈ, ਕੋਰਸ ਦੀ ਡਿਮਾਂਡ ਅਲੱਗ-ਅਲੱਗ ਹੈ, ਕਿੱਥੋਂ ਕਰਵਾ ਦੇਣਗੇ? ਜੇ ਹੁਣ ਮੇਰਾ ਕੋਈ ਕੋਰਸ ਜਿਹਦੀ ਫੀਸ ਹੀ ਮੰਨ ਲਓ 10 ਲੱਖ ਤੋਂ ਸ਼ੁਰੂ ਹੋ ਰਹੀ ਹੈ, ਉਹ ਕਿੱਦਾਂ 5 ਲੱਖ ਮੇਰਾ 5 ਲੱਖ 'ਚ ਕਿਵੇਂ ਕਰਵਾ ਦੇਣਗੇ? ਕਿਉਂਕਿ ਹਰ ਬੱਚੇ ਦੀ ਪ੍ਰੋਫਾਈਲ ਅਲੱਗ-ਅਲੱਗ ਹੈ ਨਾ। ਸੋ ਇਸ ਕਰਕੇ ਇਹਨਾਂ ਚੀਜ਼ਾਂ ਤੋਂ ਬਚੋ। ਮੈਂ ਇਹ ਨਹੀਂ ਕਹਿੰਦਾ ਕਿ ਉਹ ਝੂਠ ਕਹਿ ਰਹੇ ਨੇ ਕਿ 5 ਲੱਖ 'ਚ ਹੋ ਨਹੀਂ ਸਕਦਾ, ਹੋ ਸਕਦਾ 2 ਲੱਖ 'ਚ ਵੀ ਹੋ ਸਕਦਾ, ਪਰ ਤੁਹਾਡੀ ਪ੍ਰੋਫਾਈਲ 'ਚ ਰਿਕੁਆਇਰਮੈਂਟ ਕਿਸ ਚੀਜ਼ ਦੀ ਹੈ ਇਹ ਦੇਖਣਾ ਜ਼ਰੂਰੀ ਹੈ। ਹਾਂ, ਇਹ ਮੇਨ ਮੈਟਰ ਕਰਦਾ ਹੈ। ਆਖਰ ਦੇ ਵਿੱਚ ਇੱਕ ਹੋਰ ਚੀਜ਼ ਬੜੀ ਦੇਖਣ ਨੂੰ ਆਈ ਹੈ ਕਿ
ਕਈ ਜਿੱਦਾਂ ਕਹਿੰਦੇ ਕਿ ਅਸੀਂ ਬਾਹਰ ਜਾਣਾ ਹੀ ਜਾਣਾ ਹੈ ਨਾ, ਕਈ ਵਾਰ ਫਾਈਲ ਦੇ ਵਿੱਚ ਫਾਈਲ ਵੀਕ ਹੁੰਦੀ ਹੈ ਨਾ, ਤੇ ਕਈ ਉਹਨਾਂ ਨੂੰ ਏਜੰਟਸ ਇਹ ਗਾਈਡ ਕਰ ਦਿੰਦੇ ਆ ਚਲੋ ਠੀਕ ਹੈ ਅਸੀਂ ਟੂਰਿਸਟ ਵੀਜ਼ਾ ਲਗਾ ਕੇ ਤੁਹਾਨੂੰ ਆਸਟ੍ਰੇਲੀਆ ਭੇਜ ਦਿੰਦੇ ਆ, ਉੱਥੋਂ ਗਾਂ ਤੁਸੀਂ ਕਿਸੇ ਹੋਰ ਕੰਟਰੀ ਵਿੱਚ ਜਾਣਾ ਹੈ ਤੇ ਉਹ ਤੁਸੀਂ ਅੱਗੇ ਜਾ ਕੇ ਦੇਖ ਸਕਦੇ ਹੋ। ਇਹ ਚੀਜ਼ਾਂ ਵਾਕਈ ਹੁੰਦੀਆਂ ਹੈ ਕਿ ਸਿਰਫ ਇੱਕ ਲੋਕਾਂ ਨੂੰ ਸਿਰਫ ਭਟਕਾਉਣ ਦੇ ਹੀ ਰਸਤੇ ਆ? ਬਸ ਇਹੀ ਹੈ ਜੀ, ਦੇਖੋ ਆਪਾਂ ਮੰਨ ਲਓ ਕਿਸੇ ਕੰਟਰੀ ਤੋਂ ਵਾਪਸ ਨਹੀਂ ਆਉਣਾ ਤਾਂ ਉੱਥੇ ਜਿਹੜੀ ਕੰਟਰੀ ਤੁਸੀਂ ਜਾ ਰਹੇ ਹੋ ਉੱਥੇ ਦੇ ਕਾਨੂੰਨ ਦੇ ਮੁਤਾਬਕ ਉੱਥੇ ਜੋ ਹੋ ਸਕਦਾ ਉਹੀ ਹੋਏਗਾ। ਇਹ ਨਹੀਂ ਹੈਗਾ ਕਿ ਏਜੰਟ ਨੇ ਕਹਿ ਦਿੱਤਾ ਕਿ ਤੁਹਾਨੂੰ ਉੱਥੇ ਪਰਮਿਟ ਮਿਲ ਜਾਏਗਾ ਜਾਂ ਤੁਹਾਨੂੰ ਉੱਥੇ PR ਮਿਲ ਜਾਏਗੀ, ਇਦਾਂ ਦਾ ਕੁਝ ਨਹੀਂ ਹੈਗਾ। ਹਾਂ, ਕੈਨੇਡਾ ਆਸਟ੍ਰੇਲੀਆ ਇੱਕ ਐਸੀ ਫਲੈਕਸੀਬਲ ਕੰਟਰੀ ਹੈ ਜਿੱਥੇ ਆਪਾਂ ਜਾ ਕੇ ਆਪਣੇ ਆਪ ਨੂੰ ਸੈਟਲ ਕਰ ਸਕਦੇ ਹਾਂ। ਹੁਣ UK ਐਸੀ ਕੰਟਰੀ ਹੈ ਜੇ ਟੂਰਿਸਟ ਵੀਜ਼ੇ ਤੇ ਜਾਂਦੇ ਆ ਤਾਂ ਵਾਪਸ ਆਉਣਾ ਹੀ ਪੈਣਾ ਹੈ। ਉੱਥੇ ਆਪਾਂ ਜੇ ਨਹੀਂ ਆਉਂਦੇ ਤਾਂ ਓਵਰਸਟੇ ਗਿਣੇ ਜਾਵਾਂਗੇ ਤੇ ਉਹ ਆਪਣੀ ਇੱਕ ਪ੍ਰੋਫਾਈਲ ਖਰਾਬ ਹੋ ਜਾਂਦੀ ਹੈ, ਹੋਰ ਕਿਸੇ ਕੰਟਰੀ ਫਿਰ ਜਾ ਹੀ ਨਹੀਂ ਸਕਦੇ ਆਪਾਂ। ਇਹ ਚੀਜ਼ ਮੇਨ ਹੈ। ਤੇ ਬਸ ਇਹੀ ਹੈ ਜੀ, ਸਾਰਾ ਸਟੱਡੀ ਵਾਲਾ ਜਿਹੜਾ ਹੈਗਾ ਮੈਂ ਤੁਹਾਨੂੰ ਬਸ ਸਾਰਿਆਂ ਨੂੰ ਇਹੀ ਦੱਸਣਾ ਚਾਹਣਾ ਕਿ ਜੋ IELTS ਦਾ ਮੇਰਾ ਫ੍ਰੀ ਹੈ, ਸਾਰਾ ਕਰਵਾ ਰਹੇ ਹਾਂ। ਬਾਕੀ ਜੋ ਟੂਰਿਸਟ ਵੀਜ਼ੇ ਵਾਸਤੇ ਜੋ ਮੈਂ ਗੱਲ ਕਹੀ ਹੈ ਕਿ ਕਿਸੇ ਨੇ ਵੀ ਟੂਰਿਸਟ ਵੀਜ਼ਾ ਕਰਵਾਉਣਾ ਹੈ, ਚਾਹੇ ਉਹ ਕੋਈ ਦਿਹਾੜੀਦਾਰ ਹੈ, ਚਾਹੇ ਕਿਸੇ ਦੀ ਕੋਈ ਕਰਿਆਨੇ ਦੀ ਸ਼ਾਪ ਹੈ, ਚਾਹੇ ਮੰਨ ਲਓ ਕੋਈ ਗਰੀਬ ਹੈ, ਚਾਹੇ ਅਮੀਰ ਹੈ, ਚਾਹੇ ਕਿਸੇ ਕੋਲ ਕੋਈ ਇਨਕਮ ਸੋਰਸ ਨਹੀਂ ਹੈਗਾ, ਮੈਂ ਉਹਨਾਂ ਦਾ ਕੈਨੇਡਾ ਦਾ 20 ਤੋਂ 25 ਹਜ਼ਾਰ ਦੇ ਵਿੱਚ ਵੀਜ਼ਾ ਕਰਵਾ ਕੇ ਦੇ ਸਕਦਾ। ਇੱਕ ਵਾਰੀ ਆ ਕੇ ਮੇਰੇ ਨਾਲ ਗੱਲਬਾਤ ਕਰੋ, ਕਿਉਂਕਿ ਕਈ ਵਾਰੀ ਕੀ ਹੁੰਦਾ ਹੈ ਆਪਾਂ ਕਿਸੇ ਦੀਆਂ ਸੁਣੀਆਂ ਸੁਣਾਈਆਂ ਗੱਲਾਂ ਤੇ ਵਿਸ਼ਵਾਸ ਕਰ ਲੈਂਦੇ ਹਾਂ। ਕਈ ਲੋਕ ਐਸੇ ਨੇ ਨੀਚੇ ਹੁਣ ਕਮੈਂਟ ਵੀ ਕਰਨਗੇ, ਜਿਹੜੇ ਮੈਨੂੰ ਨਹੀਂ ਜਾਣਦੇ ਉਹ ਵੀ ਕਮੈਂਟ ਕਰਨਗੇ, ਜਾਂ ਜਿਨ੍ਹਾਂ ਦਾ ਵੀਜ਼ਾ ਮੇਰੇ ਕੋਲੋਂ ਰਿਫਿਊਜ਼ ਹੋ ਗਿਆ ਉਹ ਵੀ ਮਿੰਟ ਦੇ ਵਿੱਚ ਲਿਖ ਦੇਣਗੇ ਠੱਗ। ਕਿਉਂਕਿ ਇਹ ਸਾਡੀ ਲਾਈਨ ਦੇ ਵਿੱਚ ਇਹ ਹੋ ਚੁੱਕਿਆ ਇੱਦਾਂ। ਕਿਉਂਕਿ ਅੱਜ ਕੱਲ੍ਹ ਕੀ ਸੀਨ ਹੈ, ਜਿਹਦਾ ਵੀਜ਼ਾ ਲੱਗ ਗਿਆ ਉਹਦੇ ਵਾਸਤੇ ਅਸੀਂ ਹੀਰੋ ਬਣ ਜਾਂਦੇ ਹਾਂ, ਹੈ ਨਾ। ਉਹ ਮੂੰਹ ਮਿੱਠਾ ਵੀ ਕਰਵਾਉਂਦਾ ਹੈ, ਉਹ ਸਾਡੇ ਰੈਫਰੈਂਸ ਵੀ ਅੱਗੇ ਦਿੰਦਾ ਜੀ, ਬੰਦੇ ਹੀ ਬੜੇ ਵਧੀਆ ਨੇ ਜੀ, ਫਲਾਣਾ ਢਮਕਾਣਾ, ਹੈ ਨਾ। ਅਤੇ ਜਿਹਦਾ ਵੀਜ਼ਾ ਨਹੀਂ ਲੱਗਦਾ ਉਹ ਫਿਰ ਇੰਨਾ ਜ਼ਿਆਦਾ ਸਾਡੇ ਵਾਸਤੇ ਮਾੜਾ ਬੋਲਦੇ ਨੇ। ਕਿਉਂਕਿ ਪੰਜਾਬੀ ਦੇ ਵਿੱਚ ਇੱਕ ਗੱਲ ਕਹੀਏ ਕਿ ਆਮ ਜਿਹੜਾ ਕੋਈ ਪੜ੍ਹਿਆ ਲਿਖਿਆ ਬੰਦਾ ਹੁੰਦਾ, ਜਿਵੇਂ ਕਿਸੇ ਦਾ ਮੇਰੇ ਤੋਂ ਵੀਜ਼ਾ ਰਿਫਿਊਜ਼ ਹੋ ਜਾਂਦਾ ਨਾ, ਉਹ ਬੜੇ ਪਿਆਰ ਨਾਲ ਗੱਲ ਕਰਦੇ ਨੇ, ਕੋਈ ਨਹੀਂ ਭਾਜੀ ਅੱਗੇ ਕੀ ਹੱਲ ਹੈ ਇਹਦਾ, ਵੀ ਅੱਗੇ ਆਪਾਂ ਕੀ ਕਰੀਏ, ਵੀ ਉਹਦਾ ਅੱਗੇ ਚੱਲਣਾ। ਹਾਂ, ਵੀ ਸੋਲੂਸ਼ਨ ਔਰ ਹੁੰਦਾ ਵੀ ਹੈ। ਮੇਰੇ ਕੋਲ ਇੱਕ ਵਾਰੀ ਜੇ ਰਿਫਿਊਜ਼ ਹੋਇਆ ਵੀਜ਼ਾ ਕਿਸੇ ਦਾ, ਦੂਸਰੀ ਵਾਰੀ 'ਚ ਲੱਗ ਗਿਆ। ਪਰ ਕੁਝ ਬੰਦੇ ਸਾਡੇ ਐਸੇ ਨੇ, ਜੇ ਵੀਜ਼ਾ ਰਿਫਿਊਜ਼ ਹੋ ਗਿਆ ਉਹ ਫਿਰ ਕੋਈ ਹੋਰ ਏਜੰਟ ਲੱਭਣਗੇ ਔਰ ਸਾਡੇ ਬਾਰੇ ਕੀ ਸੋਚਣਗੇ, ਤੇ ਇਹਨਾਂ ਨੂੰ ਤਾਂ ਕੰਮ ਹੀ ਨਹੀਂ ਕਰਨਾ ਆਉਂਦਾ ਜੀ। ਇਹ ਤਾਂ ਬੰਦੇ ਹੀ ਵਧੀਆ ਨਹੀਂ ਹੈਗੇ ਜੀ, ਇਹਨਾਂ ਨੇ ਤਾਂ ਸਾਡੀ ਪ੍ਰੋਫਾਈਲ ਖਰਾਬ ਕਰਤੀ ਜਾਂ ਸਾਡੀ ਲਾਈਫ ਹੀ ਖਰਾਬ ਕਰਤੀ। ਤੇ ਉਹਨਾਂ ਚੀਜ਼ਾਂ ਤੋਂ ਫਿਰ ਸਾਨੂੰ ਵੀ ਦੁੱਖ ਲੱਗਦਾ ਵੀ ਅਸੀਂ ਐਡਾ ਵੀ ਕੀ ਕਰਤਾ ਵੀ ਜੇ ਰਿਫਿਊਜ਼ ਹੋਇਆ ਤੁਸੀਂ ਸਾਨੂੰ ਇੱਕ ਵਾਰੀ ਆ ਕੇ ਮਿਲੋ ਤਾਂ ਸਹੀ, ਕਿ ਅੱਗੇ ਆਪਾਂ ਉਹਦਾ ਹੱਲ ਦੇਖੀਏ ਕੀ ਹੋ ਸਕਦਾ ਹੈ। ਸੋ ਇਸ ਕਰਕੇ ਬੜਾ ਸਬਰ ਦੇ ਨਾਲ ਇਹ ਚੀਜ਼ਾਂ ਕਰਨ ਵਾਲੀਆਂ ਨੇ। ਜ਼ਰੂਰੀ ਨਹੀਂ ਹੁੰਦਾ ਕਿ ਹਰ ਕਿਸੇ ਦਾ ਪਹਿਲੀ ਵਾਰ 'ਚ ਵੀਜ਼ਾ ਲੱਗ ਜੇ, ਠੀਕ ਹੈ। ਤੇ ਇਹ ਵੀ ਜ਼ਰੂਰੀ ਨਹੀਂ ਹੈਗਾ ਕਿ ਹਰ ਕਿਸੇ ਦਾ ਪਹਿਲੀ ਵਾਰ 'ਚ ਵੀਜ਼ਾ ਰਿਫਿਊਜ਼ ਹੋ ਜਾਵੇ, ਚਾਹੇ ਕਿਸੇ ਦੀ ਪ੍ਰੋਫਾਈਲ ਮਾੜੀ ਹੈ ਚਾਹੇ ਬਹੁਤ ਵਧੀਆ, ਹੈ ਨਾ। ਹਾਂਜੀ, ਸੋ ਹਾਈ ਫਲਾਈ ਤਾਂ ਜਿੰਨਾ ਕੁ ਕਰ ਸਕਦਾ ਹੈ ਨਾ। ਔਰ ਕਿਉਂਕਿ ਲੱਕੀ ਉਹਨਾਂ ਨੇ ਬਿਲਕੁਲ ਇਹ ਸਾਫ਼ ਗੱਲ ਕੀਤੀ ਹੈ ਕਿ ਜੇ ਤੁਸੀਂ ਟੂਰਿਸਟ ਵੀਜ਼ਾ ਲਗਾਉਣਾ ਕੈਨੇਡਾ ਦਾ, ਤੇ ਉਹ 20-25 ਹਜ਼ਾਰ 'ਚ ਜੋ ਕਰ ਸਕਦੇ ਨੇ, ਜਿਹਦੀ ਕਿਸੇ ਦੀ ਫਰਮ ਰਜਿਸਟ੍ਰੇਸ਼ਨ ਨਹੀਂ ਹੋਈ ਪਈ ਹੈ ਜਾਂ ਕੋਈ ਨਹੀਂ ਇੱਥੇ ਉਹਨਾਂ ਦਾ ਇੱਦਾਂ ਦਾ ਕੰਮ ਹੈ ਕਿ ਰੈਗੂਲਰ ਤੁਹਾਡੀ ਇਨਕਮ ਸੋਰਸ ਜਿਹੜੀ ਬਣੀ ਹੋਈ ਹੈ, ਤੇ ਉਹ ਆਪਣੀ ਜਿਹੜੀ ਹੱਕ ਦੀ ਕਮਾਈ ਉਹ ਮੰਗਦੇ ਆ। ਹਾਂਜੀ, ਇੱਕ ਛੋਟੀ ਜਿਹੀ ਇੱਕ ਹੋਰ ਰਿਕੁਐਸਟ ਦਿਮਾਗ 'ਚ ਗੱਲ ਆ ਗਈ। ਕਈ ਵਾਰੀ ਕਲਾਇੰਟ ਮੇਰੇ ਕੋਲ ਇੱਥੇ ਆ ਕੇ ਕਹਿ ਦਿੰਦੇ ਨੇ ਕਿ ਤੁਸੀਂ ਵੀਡੀਓ 'ਚ 5500 ਕਹਿ ਰਹੇ ਹੋ। ਮੈਂ ਹੁਣ ਫਿਰ ਦੁਬਾਰਾ ਕਹਿ ਰਿਹਾ ਕਿ ਮੇਰੀ 5500 ਫੀਸ ਹੈ ਪ੍ਰੋਫਾਈਲਿੰਗ ਦੀ। ਵੀ ਜੇ ਤੁਹਾਡੇ ਕੋਲ ਇਨਕਮ ਹੈਗੀ ਹੈ, ਤੁਸੀਂ ਐਲੀਜੀਬਲ ਹੋ, ਤੁਹਾਡੇ ਪੇਪਰ ਜੇ ਪੂਰੇ ਹੈ, ਸਾਰੇ ਕੁਝ ਤੁਹਾਡੇ ਕੋਲ ਸਭ ਕੁਝ ਹੈਗਾ ਤੁਹਾਡੇ ਕੋਲ, ਬਸ ਮੈਂ ਤੁਹਾਡੇ ਹੀ ਪੇਪਰ ਇਕੱਠੇ ਕਰਕੇ ਅਗਰ ਐਮਬੈਸੀ 'ਚ ਦੇਣੇ ਨੇ, ਉਹਦੇ ਵਿੱਚ ਮੈਂ ਮੰਨ ਲਓ ਕੋਈ ਬੁਕਿੰਗ ਪਾਣੀ ਹੈ, ਹਾਂ ਥੋੜਾ ਬਹੁਤਾ ਕੋਈ ਖਰਚਾ ਹੁੰਦਾ ਤਾਂ ਮੈਂ ਕਰਾਂਗਾ ਵੀ, ਉਹਦੀ ਫੀਸ 5500 ਰੁਪਈਆ ਹੈ। ਤੇ ਜੇ ਕੋਈ ਕਵੇ ਕਿ ਆ ਮੇਰਾ ਪਾਸਪੋਰਟ, ਆਧਾਰ ਕਾਰਡ, ਪੈਨ ਕਾਰਡ ਹੈ, 3 ਚੀਜ਼ਾਂ ਪਈਆਂ ਨੇ ਜੀ ਤੇ ਮੈਂ ਦੇਣਾ 5500 ਹੀ ਹੈ, ਤਾਂ ਫਿਰ ਉਹ ਕੰਮ ਨਹੀਂ ਹੋ ਸਕਦਾ। ਕਿਉਂਕਿ ਪੇਪਰਸ ਚਾਹੀਦੇ ਆ ਸਾਰੇ, ਇਹ ਸਭ ਨੂੰ ਪਤਾ ਹੈ। ਐਮਬੈਸੀਜ਼ ਵੀ ਫਾਈਲਸ ਦੇਖਦੀ ਹੈ ਕਿ ਸਾਡੀ ਫਾਈਲ ਕਿੰਨੀ ਕੁ ਸਟਰੋਂਗ ਹੈ, ਪੇਪਰਸ ਤੁਹਾਡੇ ਪੂਰੇ। ਜਿਹੜੀ ਦੋ ਚੀਜ਼ਾਂ ਲੱਕੀ ਉਹਨਾਂ ਨੇ ਦੱਸੀਆਂ ਹੈ ਕਿ ਇਹ ਮੇਨ ਐਮਬੈਸੀਜ਼ ਦੇਖਦੀ ਆ, ਉਹ ਹੋਣੀਆਂ ਜ਼ਰੂਰੀ ਹੁੰਦੀਆਂ। ਜੇ ਉਹ ਹੈ ਤੁਹਾਡੇ ਕੋਲ, ਤੁਸੀਂ ਫਿਰ ਚਾਹੇ ਵੀਜ਼ਾ ਤੁਸੀਂ ਸਟੱਡੀ ਬੇਸ ਤੇ ਜਾਣਾ ਜਾਂ ਟੂਰਿਸਟ ਤੇ ਜਾਣਾ ਜਾਂ ਕਿਸੇ ਹੋਰ ਵਰਕ ਪਰਮਿਟ ਲਈ ਜਾਣਾ, ਉਹ ਲੱਗ ਸਕਦੇ। ਜਿਵੇਂ ਹੁਣ ਮੰਨ ਲਓ ਕਿਸੇ ਕੋਲ ਸਪਾਂਸਰ ਹੈ ਔਰ ਇਨਕਮ ਸੋਰਸ ਵੀ ਹੈਗਾ ਤਾਂ 5500 ਹੀ ਲੈਣਾ। ਬਟ ਕਿਸੇ ਕੋਲ ਸਪਾਂਸਰ ਨਹੀਂ ਹੈਗੀ, ਇਨਕਮ ਸੋਰਸ ਸਾਰਾ ਕੁਝ ਇੱਥੋਂ ਦਾ ਰਿਕਾਰਡ ਬਹੁਤ ਵਧੀਆ ਹੈਗਾ, ਸਾਰਾ ਪੂਰੇ ਡਾਕੂਮੈਂਟ ਹੈਗੇ ਨੇ, ਬਟ ਉੱਥੇ ਜਾਣਾ, ਹੋਟਲ ਦੇ ਵਿੱਚ ਰਹਿਣਾ, ਤਾਂ ਉਹ ਹੋਟਲ ਦੀ ਬੁਕਿੰਗ ਦਾ ਖਰਚਾ ਤਾਂ ਲੱਗਣਾ ਹੀ ਲੱਗਣਾ ਹੈ। ਚਾਹੇ ਉਹ ਬੁਕਿੰਗ ਦਾ 10,000 ਐਡਵਾਂਸ ਲੱਗੇ, ਚਾਹੇ 5 ਲੱਗੇ, ਚਾਹੇ ਉਹ ਸਾਨੂੰ ਨਾ ਦੇਵੇ, ਹੋਟਲ ਦੀ ਬੁਕਿੰਗ ਵੀ ਚਾਹੇ ਆਪ ਹੀ ਕਰਵਾ ਲਵੇ, ਫਿਰ ਸਾਨੂੰ 5500 ਹੀ ਦੇਣਾ ਹੈ। ਤੇ ਹੁਣ ਕੀ ਹੁੰਦਾ ਹੈ ਕਿ ਅਸੀਂ 5500 ਦੇ ਨਾਲ ਅਗਰ ਬੁਕਿੰਗ ਦਾ 5000 ਜਾਂ 10,000 ਮੰਗਦੇ ਹਾਂ, ਤੇ ਉਹਨਾਂ ਨੂੰ ਐਂ ਲੱਗਦਾ ਕਿ ਇਹਨਾਂ ਨੇ 5500 ਕਿਹਾ ਸੀ, ਹੁਣ ਇੱਥੇ ਆ ਕੇ ਸਾਡੇ ਤੋਂ 15,000 ਮੰਗਣ ਲੱਗੇ। ਸੋ ਦੂਜੀ ਗੱਲ ਇਹ ਵੀ ਹੈ ਕਿ ਮੇਰੇ ਕੋਲ ਕੋਈ ਵੀ ਕਲਾਇੰਟ ਟੂਰਿਸਟ ਵੀਜ਼ਾ ਵਾਸਤੇ ਆਉਂਦਾ ਹੈ, ਜਿਵੇਂ ਹੁਣ ਮੈਂ ਵੀਡੀਓ ਦੇ ਵਿੱਚ ਹਰ ਗੱਲ ਕਲੀਅਰ ਕਰਕੇ ਚੱਲ ਰਿਹਾ,
ਇਸੇ ਤਰ੍ਹਾਂ ਮੈਂ ਕਾਊਂਟਰ ਤੇ ਵੀ ਕੱਲੀ ਗੱਲ ਕਲੀਅਰ ਕਰਕੇ ਹੀ ਚੱਲਦਾ ਹੁੰਨਾ, ਤਾਂ ਕਿ ਕੱਲ ਨੂੰ ਕੋਈ ਸਾਨੂੰ ਆਪਸ 'ਚ ਕੋਈ ਦਿੱਕਤ ਨਾ ਆਵੇ ਕਿ ਹਾਂ ਵੀ ਸਾਨੂੰ ਆਹ ਝੂਠ ਬੋਲਤਾ ਜਾਂ ਐਵੇਂ ਦੀ ਕੋਈ ਸਾਨੂੰ ਵੀ ਓਹਲਾ ਰੱਖਿਆ ਕਿਸੇ ਗੱਲ ਦਾ, ਇਦਾਂ ਦਾ ਕੋਈ ਸੀਨ ਨਹੀਂ ਹੈ। ਪਹਿਲੇ ਤੋਂ ਹੀ ਕਲੀਅਰ ਰਹਿਣਾ ਵੀ ਵਧੀਆ ਗੱਲ ਹੀ ਹੁੰਦੀ ਹੈ ਨਾ, ਤਾਂ ਕਿ ਕਿਸੇ ਦਾ ਬਿਲਕੁਲ ਨਾ, ਤਾਂ ਕਿ ਕਿਸੇ ਦੇ ਪੈਸੇ ਵੀ ਖਰਾਬ ਨਾ ਹੋਣ ਔਰ ਟਾਈਮ ਵੀ ਖਰਾਬ ਨਾ ਹੋਵੇ। ਬਿਲਕੁਲ ਲੱਕੀ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਇਨਫੋਰਮੇਸ਼ਨ ਇੰਨੀ ਸਾਂਝੀ ਕੀਤੀ ਹੈ। ਜਿਹੜੇ ਸਾਡੇ ਵਿਊਅਰਸ ਹੈ, ਜਿਹੜਾ ਸੋਚ ਰਹੇ ਨੇ ਕਿ ਅਸੀਂ ਸਟੱਡੀ ਵੀਜ਼ਾ ਲਗਾਉਣਾ ਹੈ ਜਾਂ ਟੂਰਿਸਟ ਵੀਜ਼ਾ ਜਾਣਾ ਹੈ, ਉਹਨਾਂ ਨੂੰ ਬਹੁਤ ਚੀਜ਼ਾਂ ਕਲੀਅਰ ਵੀ ਹੋ ਚੁੱਕੀਆਂ ਇੱਥੇ। ਵੀ ਹੋਪ ਕਿ ਜਿਹੜੇ ਬੱਚੇ ਰਾਜਪੁਰੇ ਦੇ ਵਿੱਚ ਹੈ, ਖਾਸ ਕਰ ਉਹਨਾਂ ਲਈ ਕਿੰਨੀ ਸਹੂਲਤ ਹੈ ਕਿ ਜੇਕਰ ਉਹਨਾਂ ਕੋਲ ਪੈਸੇ ਨਹੀਂ ਹੈ ਤੇ ਉਹ ਇਹਨਾਂ ਕੋਲ ਆ ਕੇ ਆਪਣੀ ਜਿਹੜੀ ਆਇਲਸ ਦੀ ਕੋਚਿੰਗ ਉਹ ਫ੍ਰੀ ਦੇ ਵਿੱਚ ਲੈ ਸਕਦੇ ਆ, ਰਾਈਟ। ਸੋ ਉਹ ਇਹ ਚੀਜ਼ਾਂ ਬਹੁਤ ਅੱਛੀਆਂ ਜਿਹੜੀਆਂ ਹੈ ਲੱਕੀ ਜੀ ਨੇ ਸਾਨੂੰ ਦੱਸੀਆਂ। ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਜਿਹੜੀ ਵੀਡੀਓ ਹੈ ਇਨਫੋਰਮੇਟਿਵ ਲੱਗੀ ਹੋਵੇਗੀ। ਸੋ ਜਾਣੇ ਨੇ ਤੁਸੀਂ ਕੁਝ ਕਹਿਣਾ ਚਾਹੋਗੇ ਸਾਡੇ ਵਿਊਅਰਸ ਨੂੰ? ਹਾਲਾਂਕਿ ਤੁਸੀਂ ਸਾਰੀ ਚੀਜ਼ਾਂ ਕਲੀਅਰ ਕਰ ਦਿੱਤੀਆਂ ਹੈ। ਹਾਂਜੀ ਹਾਂ, ਬਸ ਇੰਨਾ ਹੀ ਮੈਸੇਜ ਹੈ ਮੇਰੇ ਵੱਲੋਂ ਕਿ ਇੱਕ ਆਪਣੇ ਵੱਲੋਂ ਕੁਝ ਦਸਵੰਧ ਜ਼ਰੂਰ ਕੱਢਿਆ ਕਰੋ। ਜਿਵੇਂ ਸਾਡੇ ਇੱਕ ਮਨੁੱਖਤਾ ਦੀ ਸੇਵਾ ਵਾਸਤੇ ਮਿੰਟੂ ਵੀਰ ਸਾਡੇ ਬਹੁਤ ਵੱਡੀ ਇੱਕ ਸੇਵਾ ਕਰ ਰਹੇ ਨੇ, ਇਨਸਾਨੀਅਤ ਦੇ ਨਾਤੇ ਕਰ ਰਹੇ ਨੇ ਸੇਵਾ। ਚਾਹੇ ਤੁਸੀਂ ਆਪਣੇ 10 ਰੁਪਏ ਦਾ ਕੱਢੋ ਦਸਵੰਧ, ਚਾਹੇ 5 ਰੁਪਏ ਦਾ ਕੱਢੋ। ਜਿਹੜੇ ਵੀ ਕੁਝ ਸਾਡੇ ਯੂਟਿਊਬਰ ਲਾ ਲਓ ਜਾਂ ਸੇਵਾ ਸੁਸਾਇਟੀ ਵਾਲੇ ਲਾ ਲਓ, ਜਿਹੜੇ ਕਿ ਵਾਕਈ ਹੀ ਸੇਵਾ ਕਰ ਰਹੇ ਨੇ, ਉਹਨਾਂ ਦਾ ਤੇ ਪ੍ਰਤੱਖ ਹੀ ਫੇਸਬੁੱਕ ਤੇ ਵਿਖਦਾ ਹੈ। ਮੈਂ ਖੁਦ ਦੇਖਿਆ ਵੀ ਹੈ ਕਿ ਉਹ ਵਾਕਈ ਹੀ ਸੇਵਾ ਕਰਦੇ ਨੇ, ਆਪਣੇ ਪੱਲਿਓਂ ਵੀ ਕਰਦੇ ਨੇ। ਉਹਨਾਂ ਨੇ ਲੋਕਾਂ ਦੀ ਸੇਵਾ ਕਰਨ ਵਾਸਤੇ ਆਪਣਾ ਘਰ-ਬਾਰ ਵੇਚਤਾ, ਸਾਰਾ ਕੁਝ ਇੱਕ ਪਾਸੇ ਲਾਤਾ, ਤੇ ਇਸ ਕਰਕੇ ਅੱਜ ਵੀ ਉਹ ਡਟੇ ਹੋਏ ਨੇ, ਲੋਕਾਂ ਦੀ ਸੇਵਾ ਕਰ ਰਹੇ ਨੇ। ਤੇ ਇਸ ਕਰਕੇ ਤੁਸੀਂ ਇਹਨਾਂ ਚੀਜ਼ਾਂ ਵੱਲ ਵੀ ਧਿਆਨ ਦਿਆ ਕਰੋ, ਸਿਰਫ ਵੀਡੀਓ ਦੇਖ ਕੇ ਨਾ ਛੱਡਿਆ ਕਰੋ। ਚਾਹੇ ਤੁਹਾਡੇ 5 ਰੁਪਏ ਵੀ ਉੱਥੇ ਜਾਣ, ਉਹ ਜਾਣੇ ਵੀ ਬੜੇ ਜ਼ਰੂਰੀ ਨੇ, ਜਾਂ ਬਹੁਤ ਵੱਡੀ ਮਹੱਤਤਾ ਹੈ ਉਹਨਾਂ ਚੀਜ਼ਾਂ ਦੀ ਵੀ। ਤੇ ਜਿਹੜੇ ਵੀ ਲੋਕ ਭਲਾਈ ਸੇਵਾ ਦਾ ਕੰਮ ਕਰ ਰਹੇ ਨੇ, ਉਹਨਾਂ ਨਾਲ ਤੁਸੀਂ ਜ਼ਰੂਰ ਜੁੜਿਆ ਕਰੋ, ਕੁਛ ਨਾ ਕੁਛ ਆਪਣਾ ਦਸਵੰਧ ਕੱਢਿਆ ਕਰੋ। ਬਸ ਇਹੀ ਮੈਸੇਜ ਹੈ ਜੀ ਲਾਸਟ ਮੇਰਾ ਜੀ। ਥੈਂਕ ਯੂ ਸੋ ਮਚ ਲੱਕੀ। ਥੈਂਕ ਯੂ ਜੀ, ਧੰਨਵਾਦ। ਸੋ ਇਸ ਸਾਡੇ ਨਾਲ ਲੱਕੀ ਵਡਾਲਾ ਜੀ ਹਾਈ ਫਲਾਈ ਇਮੀਗ੍ਰੇਸ਼ਨ ਕੰਸਲਟੈਂਸੀ ਤੋਂ, ਔਰ ਉਹਨਾਂ ਨੇ ਬਹੁਤ ਸਾਰੀ ਅੱਛੀ ਚੀਜ਼ਾਂ ਤੁਹਾਨੂੰ ਦੱਸੀਆਂ ਨੇ ਜੋ ਤੁਹਾਡੇ ਫਾਇਦੇ ਦੇ ਲਈ ਆ। ਔਰ ਬਹੁਤ ਅੱਛੇ ਜਿਹੜੀ ਮੈਂ ਪਹਿਲਾਂ ਹੀ ਕਹਿ ਚੁੱਕੀ, ਰਾਜਪੁਰ ਦੇ ਵਿੱਚ ਜਿਹੜਾ ਰਾਜਪੁਰਾ ਦੇ ਵਿੱਚ ਬੱਚੇ ਹੈ ਉਹ ਵਾਕਈ ਅਗਰ ਕੋਚਿੰਗ ਲੈਣਾ ਚਾਹੁੰਦੇ ਨੇ ਔਰ ਮਿਹਨਤ ਕਰਕੇ ਜਦੋਂ ਕਲੀਅਰ ਕਰਨ ਤੇ ਕਈਆਂ ਕੋਲ ਪੈਸੇ ਨਹੀਂ ਹੋ ਪਾਉਂਦੇ ਆ, ਕਈ ਵਾਰ ਫੈਮਿਲੀਜ਼ ਦੇ ਵਿੱਚ ਇੱਦਾਂ ਦੀ ਸਿਚੁਏਸ਼ਨ ਵੀ ਹੁੰਦੀ ਹੈ, ਸੋ ਉਹਦਾ ਹੱਲ ਵੀ ਤੁਹਾਡੇ ਕੋਲ ਇੱਥੇ ਹੈ। ਸੋ ਇਹ ਸਾਰੀਆਂ ਇਨਫੋਰਮੇਸ਼ਨ ਜਿਹੜੀਆਂ ਸੀ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ। ਉਮੀਦ ਕਰਦੇ ਹਾਂ ਤੁਹਾਨੂੰ ਵਧੀਆ ਲੱਗਿਆ ਹੋਵੇਗੀ। ਅਗਲੇ ਵਾਰ ਮਿਲਦੇ ਹਾਂ, ਉਦੋਂ ਤੱਕ ਤੁਸੀਂ ਜੁੜੇ ਰਹੋ ਜਗਬਾਣੀ ਟੀਵੀ ਦੇ ਨਾਲ। ਸਤਿ ਸ਼੍ਰੀ ਅਕਾਲ।